डिलाइट आईएएस ਦੇ ਇਸ ਵਿਆਪਕ ਮੰਚ ਉੱਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਦੇਖੋ ਅਸੀਂ ਇੱਕ ਵੀਡੀਓ ਪਹਿਲਾਂ ਡਿਸਕਸ ਕੀਤੀ ਸੀ ਜਿਹਦੇ ਵਿੱਚ ਅਸੀਂ यूपीएससी ਦੇ ਪੰਜਾਬੀ ਲਿਟਰੇਚਰ ਦਾ ਪੂਰਾ ਸਿਲੇਬਸ ਐਨਾਲਿਸਿਸ ਕੀਤਾ ਸੀ, ਠੀਕ ਹੈ। ਕਿਉਂਕਿ ਦੇਖੋ ਕਿਸੇ ਵੀ ਐਗਜ਼ਾਮ ਨੂੰ ਪ੍ਰਿਪੇਅਰ ਕਰਨ ਤੋਂ ਪਹਿਲਾਂ ਇੱਕ ਸਾਨੂੰ ਉਹਦਾ ਪੈਟਰਨ ਪਤਾ ਹੋਣਾ ਚਾਹੀਦਾ, ਐਗਜ਼ਾਮ ਕਿਸ ਤਰ੍ਹਾਂ ਪੁੱਛਿਆ ਜਾਂਦਾ ਹੈ। दूसरा सानू ये पता होना चाहिए कि उसका ढांचा की है, उसका सिलेबस की है। सिलेबस नूं असी पूरी तरह विखंडित करके उसकी तैयारी असी पूरा उन्होंने समझिया सीगा कि उसदे मीनिंग की बनते हैं, उसदे अर्थ की बनते हैं, है ना। जिन्हां बच्चों ने वो वीडियो नहीं देखी वो सब तो पहला वो वीडियो देखण, फिर ये पार्ट 2 इसनूं देखण। इहदे विच असी हुण बुक लिस्ट देखण जा रहे हैं, ठीक है। बुक लिस्ट कंप्लीट बुक लिस्ट देखांगे असी। पेपर फस्ट दे विच सैक्शन ए बी ते पेपर सैकेंड दा सैक्शन ए बी सारा कुछ कवर करांगे। किहड़े नोट्स तुहानूं कित्थों बनाने चाहिए ने वो गल भी करांगे। देखो यूपीएससी दे विच मैं 300 लगभग स्कोर कीता वा, ये किवें मैनूं मिलिया इस चीज़ नूं लैके कंप्लीट स्ट्रैटेजी भी मैं लास्ट दे विच डिस्कस कर लांगा। क्योंकि देखो ਤੁਹਾਨੂੰ ਵੀ ਪਤਾ ਕਿ ਕਿਸੇ ਵੀ ਐਗਜ਼ਾਮ ਦੇ ਵਿੱਚ ਲਿਟਰੇਚਰ ਦਾ ਜਿਵੇਂ ਹੁਣ ਆਪਾਂ ਮੰਨ ਲਓ ਆਪਸ਼ਨਲ ਲੈਂਦੇ ਆ, ਉਹਦੇ ਵਿੱਚ ਜ਼ਰੂਰੀ ਇਹ ਹੋ ਜਾਂਦਾ ਕਿ ਤੁਹਾਨੂੰ ਇੱਕ ਸਟ੍ਰੈਟਜੀ ਤੁਹਾਡੀ ਪ੍ਰੋਪਰ ਹੋਣੀ ਚਾਹੀਦੀ ਹੈ ਨਾ। ਤੁਹਾਡੇ ਕੋਲ ਸਟ੍ਰੈਟਜੀ, ਮੈਂ ਅਗਰ ਤੁਹਾਨੂੰ ਕੰਪਲੀਟ ਇੱਕ ਥੋੜਾ ਜਿਹਾ ਡਿਫਰੈਂਸ ਦੱਸਾਂ ਕਿ ਇੱਕ ਪਲੈਨਿੰਗ ਹੁੰਦੀ ਹੈ, ਦੋ ਵਰਡ ਹੁੰਦੇ ਨੇ ਨਾ ਸਿਮਿਲਰ ਜਿਹੇ ਵਰਡ ਨੇ, ਇੱਕ ਹੁੰਦੀ ਹੈ ਪਲੈਨਿੰਗ, ਇੱਕ ਹੁੰਦੀ ਹੈ ਸਟ੍ਰੈਟਜੀ, ਹੈ ਨਾ। ਇਹਦੇ 'ਚ ਡਿਫਰੈਂਸ ਕੀ ਹੁੰਦਾ ਧਿਆਨ ਨਾਲ ਸਮਝਿਓ ਕਿ ਜਿਹੜੀ ਪਲੈਨਿੰਗ ਹੁੰਦੀ ਹੈ ਨਾ ਇਹਦੇ ਵਿੱਚ ਕੰਪੀਟੀਸ਼ਨ ਫੈਕਟਰ ਵਰਕ ਨਹੀਂ ਕਰਦਾ, ठीक है। जो भी तुसी देखोगे कंपीटिशन प्लैनिंग मतलब असी कुछ प्लैन किया, असी वो चीज़ कर रहे हैं। तुसी प्लैन किया, तुसी एक वीक दे विच, इस वीक दे विच तुसी ये प्रिपेयर करने वाले हो, ये सिलेबस तुसी कंप्लीट करोगे। बट स्ट्रैटेजी वो हुंदी है जिहदे विच कंपीटिशन फैक्टर मैटर करता है। जो आर्मी कोई भी किसी भी कंट्री की आर्मी किसी दूसरे देश को हराने लई की करती है, स्ट्रैटेजी बनाती है, प्लैनिंग नहीं करती। स्ट्रैटेजी दे मतलब उन्होंने जितना, जित नूं सोच दे विच रख के कि असी विन करना, असी ठीक है ना, किते ना किते विक्टरी नूं ध्यान दे विच रख के वो स्ट्रैटेजी बनाउंदे ने। ਇਹ ਜਿਹੜੀ ਚੀਜ਼ ਆ ਸਾਨੂੰ ਸਮਝਣੀ ਪਏਗੀ। यूपीएससी ਦੇ ਐਗਜ਼ਾਮ ਦੇ ਵਿੱਚ ਵੀ ਸਾਨੂੰ ਇੱਕ ਬੈਸਟ ਸਟ੍ਰੈਟਜੀ ਬਣਾਉਣੀ ਆ, ਪਲਾਨ ਨਹੀਂ ਕਰਨਾ। ਪਲਾਨ ਤਾਂ ਅਸੀਂ ਕਰਦੇ ਹੀ ਰਹਿੰਦੇ ਆ, ਉਹਦੇ ਵਿੱਚ ਸਾਨੂੰ ਬਹੁਤਾ ਫਾਇਦਾ ਨਹੀਂ ਹੁੰਦਾ। ਇੱਕ ਸਮਾਰਟ ਸਟ੍ਰੈਟਜੀ ਦੀ ਲੋੜ ਹੁੰਦੀ ਆ, ਉਹ ਅਸੀਂ ਡਿਸਕਸ ਕਰਾਂਗੇ। ਕਿਉਂਕਿ ਆਲਰੇਡੀ ਮੈਂ ਐਗਜ਼ਾਮੀਨੇਸ਼ਨ 'ਚ ਇੰਨੇ ਮਾਰਕਸ ਲਏ ਨੇ ਤਾਂ ਤੁਹਾਨੂੰ ਮੈਂ ਉਹ ਚੀਜ਼ਾਂ ਦੱਸ ਦਾਂਗਾ ਤਾਂ ਕਿ ਤੁਹਾਡੀ ਤੁਸੀਂ ਜਿਹੜੇ ਵੀ ਬੱਚੇ ਐਗਜ਼ਾਮ ਦੇ ਰਹੇ ਨੇ ਇਸ ਵਾਰ ਜਾਂ ਅਗਲੀ ਵਾਰ ਉਹਨਾਂ ਨੂੰ ਹੈਲਪ ਹੋ ਸਕੇ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਬੁੱਕ ਲਿਸਟ ਦੇਖ ਲੈਂਦੇ ਹਾਂ ਜਲਦੀ ਤੋਂ, ਕਿਹੜੇ ਪੇਪਰ 'ਚ ਮਤਲਬ ਕਿੱਦਾਂ ਕਿਹੜੀ ਬੁੱਕ। ਮੈਂ ਇਹ ਵੀ ਦੱਸ ਦਾਂਗਾ ਤੁਹਾਨੂੰ ਕਿ ਸੋਰਸ ਕੀ ਆ, ਕਿੱਥੋਂ ਤੁਸੀਂ ਉਹ ਬੁੱਕ ਪਰਚੇਜ਼ ਕਰਨੀ ਹੈਗੀ ਆ, ਉਹ ਵੀ ਮੈਂ ਨਾਲ ਦੱਸਿਆ ਹੋਇਆ। ਤੁਸੀਂ ਚਾਹੋ ਤਾਂ ਇਹ PDF ਨੂੰ ਬਾਅਦ 'ਚ ਟੈਲੀਗ੍ਰਾਮ ਚੈਨਲ 'ਤੇ ਡਾਊਨਲੋਡ ਕਰ ਲੈਣਾ, ਠੀਕ ਹੈ। ਜਲਦੀ ਤੋਂ ਅਸੀਂ ਦੇਖਦੇ ਹਾਂ। देखो सब तो पहला ये आ कि तुसी सैक्शन ए देखो, पेपर फस्ट आ तो वह सैक्शन ए आ, है ना। ਉਹਦੇ ਵਿੱਚ ਜਿਹੜੀਆਂ ਬੁੱਕਸ ਨੇ, ਕਿਉਂਕਿ ਦੇਖੋ ਸਿਲੇਬਸ ਅਸੀਂ ਐਨਾਲਿਸਿਸ ਕਰ ਲਿਆ, ਹੁਣ ਮੈਂ ਸਿਲੇਬਸ ਦੀ ਗੱਲ ਨਹੀਂ ਕਰਾਂਗਾ, ਸਿੱਧਾ ਬੁੱਕਸ ਤੇ ਅਸੀਂ ਆਉਂਦੇ ਹਾਂ। ਪਹਿਲੀ ਵੀਡੀਓ ਜਿਨ੍ਹਾਂ ਬੱਚਿਆਂ ਨੇ ਨਹੀਂ ਦੇਖੀ ਉਹ ਦੇਖ ਕੇ ਫਿਰ ਇੱਧਰ ਆਉਣ, ਹੈ ਨਾ। ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ, ਠੀਕ ਹੈ। ਇਹ ਬੁੱਕ ਤੁਹਾਨੂੰ ਲੈਣੀ ਪੈਣੀ ਆ ਕਿਉਂਕਿ ਇਹਦੇ ਵਿੱਚੋਂ ਤੁਹਾਨੂੰ ਬੇਸਿਕ ਜਿਹੜਾ ਪੰਜਾਬੀ ਦੀ ਉਤਪत्ति ਨੂੰ ਲੈ ਕੇ ਜਾਂ ਭਾਸ਼ਾ ਵਿਗਿਆਨ ਜੋ ਆ ਉਹ ਤੁਸੀਂ ਇੱਥੋਂ ਤੁਸੀਂ ਤਿਆਰ ਕਰੋਗੇ, ਠੀਕ ਹੈ। ਇੱਥੋਂ ਤੁਸੀਂ ਨੋਟਸ ਬਣਾਓਗੇ ਟੌਪਿਕ ਵਾਈਜ਼, है ना। भाषा विज्ञान की यह बुक आ पंजाबी भाषा का जन्म ते विकास डॉक्टर प्रेम प्रकाश सिंह, ठीक है। सिद्धांतक भाषा विज्ञान डॉक्टर प्रेम प्रकाश सिंह, ये भी इन्हों की ही बुक आ, ये भी बहुत वधिया बुक आ। ये कुछ सिलेक्टेड चैप्टर तुहानूं पढ़ने ने। देखो आ दोनों जिहड़ियां किताबां ने ना ये लाहौर बुक डिपो लुधियाना दे विच तुहानूं मिल जाणगियां, ठीक है। तुसीं परचेज कर सकते हो। उस तो बाद देखो पंजाबी भाषा का व्याकरण, ये 3 पार्ट दे विच हुंदी है, ठीक है। पार्ट 1 पार्ट 2 पार्ट 3 दे विच इहदे विच 4 ऑथर ने जिन्हां ने इहनूं लिखिया है, ठीक है। किहड़े ऑथर ने आ देख लो, जोगिंदर सिंह पुआड़, ठीक है, बलदेव सिंह चीमा, सुखविंदर सिंह संघा ਤੇ ਵੇਦ ਅਗਨੀਹੋਤਰੀ, ਠੀਕ ਹੈ। ਇਹ 4 ਬੁੱਕਸ ਦੀ ਇਹ ਨਾ ਮੈਂ ਤੁਹਾਨੂੰ ਦੱਸਾਂ ਇਹ ਲਗਭਗ ਪਿੰਕ ਕਲਰ ਦੀ ਇਹਦਾ ਫਰੰਟ ਹੁੰਦਾ ਇਸ ਬੁੱਕ ਦਾ। ਇਹ ਤੁਸੀਂ ਪਰਚੇਜ਼ ਕਰ ਲੈਣਾ ਤੇ ਇਹੀ ਆਥਰ ਦੀ ਤੁਸੀਂ ਲੈਣੀ ਆ, ਠੀਕ ਹੈ, ਜਿਹੜੇ ਨਾਮ ਇਹਦੇ ਤੇ ਲਿਖੇ ਹੋਏ ਨੇ। 3 ਪਾਰਟ ਨੇ, ਤਿੰਨੋਂ ਪਾਰਟ ਤੁਹਾਨੂੰ ਲੈਣੇ ਪੈਣੇ ਆ ਤੇ ਕਾਫੀ ਕੁਝ ਤੁਹਾਡਾ ਇੱਥੋਂ ਵਿਆਕਰਨ ਵਾਲਾ ਜਿਹੜਾ ਹਿੱਸਾ ਹੈਗਾ ਨਾ UPSC ਦੇ ਵਿੱਚ ਉਹ ਤੁਹਾਡਾ ਇੱਥੋਂ ਪ੍ਰਪੇਅਰ ਹੋ ਜਾਏਗਾ, ठीक है। असी सिलेबस डिस्कस किया सी जिहड़ा आ भी तीनों बुक्स तुहानूं जिहड़ियां ने ये जिहड़ी न्यू बुक कंपनी बुक मार्केट आ जलंधर दे विच उत्थों तुहानूं ये उत्थे मिल जाणगियां, तुसीं उत्थों परचेज कर सकते हो, ठीक है, जलंधर दे विचों। अगे देखते हैं पंचायक भाषा विज्ञान है एक, ठीक है। ये वेद अग्निहोत्री की बुक आ, ये तुसीं परचेज कर लेना, ये भी अच्छी बुक है। तो एक तुसीं देखो ये ਜਿਹੜੇ 4 सैक्शन उपर वाले ने ना सिलेबस के उत्थों तक ये कवर हो जाएगा, ठीक है। ਜਿਹੜਾ 5वें सैक्शन च इशू आंदा हैगा नाथ जोगी ਸਾਹਿਤ ਆ ਜਾਂ ਗੁਰਮਤ ਕਾਵਾ ਕਿੱਸਾ ਕਾਵਾ, ਇਹ ਤੁਹਾਨੂੰ ਇੱਥੋਂ ਬਹੁਤ ਵਧੀਆ ਤਰੀਕੇ ਨਾਲ ਪ੍ਰਪੇਅਰ ਹੋ ਜਾਏਗਾ। ਇਹ ਕਾਫੀ ਰਿਸਰਚ ਤੋਂ ਬਾਅਦ ਮੈਨੂੰ ਇਹ ਬੁੱਕ ਮਿਲੀ ਸੀ, ਠੀਕ ਹੈ। ਕਾਫੀ ਮਤਲਬ ਹਾਲਤ ਵੀ ਇਹਦੀ ਖਸਤਾ ਸੀ, ਮੈਨੂੰ ਕਾਫੀ ਲਾਇਬ੍ਰੇਰੀ 'ਚ ਸਰਚ ਕਰਕੇ ਮਿਲੀ ਸੀ। ਬਟ ਤੁਸੀਂ ਪਤਾ ਕਰ ਲੈਣਾ ਜੇ ਤੁਹਾਨੂੰ ਮਿਲ ਜੇ ਬੁੱਕ ਕਿੱਥੋਂ। ਡਾਕਟਰ ਜੀਤ ਸਿੰਘ ਸੀਤਲ ਦੀ ਪੰਜਾਬੀ ਭਾਸ਼ਾ ਦਾ ਇਤਿਹਾਸ ਨੂੰ ਲੈ ਕੇ ਬੁੱਕ ਆਉਂਦੀ ਹੈ, ਠੀਕ ਹੈ। ਪੰਜਾਬੀ ਸਾਹਿਤ ਦਾ ਇਤਿਹਾਸ ਹੈ ਸ਼ਾਇਦ, ਪੰਜਾਬੀ ਭਾਸ਼ਾ ਜਾਂ ਸਾਹਿਤ ਦਾ ਇਤਿਹਾਸ ਹੈ ਇਹਦਾ ਨਾਮ। ਡਾਕਟਰ ਜੀਤ ਸਿੰਘ ਸੀਤਲ ਦੀ ਬੁੱਕ ਲੈਣੀ ਹੈ ਤੁਸੀਂ,
ਠੀਕ ਹੈ। ਇਸ ਬੁੱਕ ਦੇ ਵਿੱਚੋਂ ਤੁਹਾਨੂੰ ਨਾਥ ਜੋਗੀ ਸਾਹਿਤ ਵੀ ਮਿਲ ਜਾਏਗਾ, ਉਹਨਾਂ ਦੀ ਦੇਣ ਕੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਉਹਦੇ 'ਚ ਮੈਂਸ਼ਨ ਕੀਤਾ ਹੋਇਆ, ਤੁਸੀਂ ਉੱਥੋਂ ਪ੍ਰਪੇਅਰ ਕਰ ਸਕਦੇ ਹੋ। ਗੁਰਮਤ ਕਾਵ, ਕਿੱਸਾ ਕਾਵ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ, ਇਹ ਕਾਫੀ ਵੱਡੀ ਬੁੱਕ ਹੈ, ਮੋਟੀ ਸੀ ਬੁੱਕ ਹੈ ਇਹ, ਠੀਕ ਆ। ਉਸ ਇੱਕ ਲੈਂਥੀ ਬੁੱਕ ਆ, ਬਟ ਤੁਸੀਂ ਕੁਝ ਸਿਲੈਕਟਿਵ ਚੈਪਟਰ ਇਹਦੇ 'ਚੋਂ ਪ੍ਰਪੇਅਰ ਕਰਨੇ ਨੇ, ਠੀਕ ਹੈ। ਕੁਝ ਸਿਲੈਕਟਿਵ ਚੀਜ਼ਾਂ ਤੁਸੀਂ ਇਹਦੇ 'ਚੋਂ ਪ੍ਰਪੇਅਰ ਕਰ ਸਕਦੇ ਹੋ ਜੋ ਜੋ ਸਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ। ਹੁਣ ਅੱਗੇ ਚੱਲਦੇ ਹਾਂ, ਅਸੀਂ ਸੈਕਸ਼ਨ ਬੀ ਦੇਖਦੇ ਹਾਂ। ਦੇਖੋ ਜਿਹੜਾ ਫਸਟ ਪਾਰਟ ਆ ਉਹਦੇ 'ਚ ਹੈਗੇ ਨੇ ਨਾ ਆਥਰ ਨੇ, ਅਸੀਂ ਡਿਸਕਸ ਕੀਤੇ ਭਾਈ ਵੀਰ ਸਿੰਘ ਨੇ, ਪ੍ਰੋਫੈਸਰ ਪੂਰਨ ਸਿੰਘ ਨੇ, ਅੰਮ੍ਰਿਤਾ ਪ੍ਰੀਤਮ ਹੈ, ਮੋਹਨ ਸਿੰਘ ਨੇ, ਠੀਕ ਹੈ, ਪ੍ਰੋਫੈਸਰ ਮੋਹਨ ਸਿੰਘ ਨੇ ਜਾਂ ਸ਼ਿਵ ਕੁਮਾਰ ਬਟਾਲਵੀ ਆ। ਇਸ ਤਰ੍ਹਾਂ ਦੇ ਜਿਹੜੇ ਆਥਰ ਨੇ ਇਹਨਾਂ ਲਈ ਨਾ ਤੁਹਾਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਵਰਕ ਕਰਨਾ ਪੈਣਾ, ਕਿਉਂਕਿ ਦੇਖੋ ਮੈਂ ਜਿਹੜਾ ਇਹ ਕੰਟੈਂਟ ਪ੍ਰਪੇਅਰ ਕੀਤਾ ਉਹ ਮੈਂ ਡਿਫਰੈਂਟ ਲਾਇਬ੍ਰੇਰੀ 'ਚ ਬੈਠ ਕੇ ਕੀਤਾ। ਜਿਵੇਂ ਦੇਖੋ ਪੰਜਾਬੀ ਭਵਨ ਲੁਧਿਆਣਾ ਦੀ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚੋਂ ਮੈਂ ਕੁਝ ਕੰਟੈਂਟ ਪ੍ਰਪੇਅਰ ਕੀਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਈਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਮੈਂ ਗਿਆ ਵਾਂ ਉਸ ਚੀਜ਼ ਨੂੰ ਲੈ ਕੇ। ਇਹ ਤੁਹਾਨੂੰ ਨਾ ਇਹਦੇ ਵਿੱਚ ਪ੍ਰਪੇਅਰ ਕਰਨ ਲਈ ਤੁਹਾਨੂੰ ਕੀ ਕਰਨਾ ਹੋਏਗਾ, ਇਹਨਾਂ ਕੁਝ ਕੰਟੈਂਟ ਤੁਹਾਨੂੰ ਕਿੱਥੋਂ ਨਾ ਕਿੱਥੋਂ ਲੈਣਾ ਪੈਣਾ ਤੇ ਆਥਰ ਵਾਈਜ਼ ਚੱਲਣਾ ਪੈਣਾ। ਜਿਵੇਂ ਭਾਈ ਵੀਰ ਸਿੰਘ ਨੂੰ ਲੈ ਕੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਭਾਈ ਵੀਰ ਸਿੰਘ ਨੇ ਸਪੈਸੀਫਿਕ ਕਵੀ ਨੇ, ਇਹਨਾਂ ਨੂੰ ਦੋ ਇਹਨਾਂ ਦੇ ਸੈਕਸ਼ਨ ਨੇ। ਇੱਕ ਤੁਸੀਂ ਦੇਖ ਲਓਗੇ ਇਹਨਾਂ ਨੂੰ ਕੁਦਰਤ ਦਾ ਕਵੀ ਕਿਹਾ ਜਾਂਦਾ, ਠੀਕ ਹੈ, ਕੁਦਰਤ ਦਾ ਕਵੀ ਕਿਉਂ ਕਹਿੰਦੇ ਨੇ, ਮੇਨ ਤਾਂ ਇਹਦੇ ਤੇ ਅਸੀਂ ਫੋਕਸ ਕਰਾਂਗੇ ਕਿਉਂਕਿ ਇਹੀ ਕੁਐਸਚਨ ਰਿਪੀਟ ਹੁੰਦਾ। ਦੂਸਰਾ ਰੂਹਾਨੀਅਤ, ਠੀਕ ਹੈ, ਰੂਹਾਨੀਅਤ ਜਾਂ ਇਹਨੂੰ ਕਹਿੰਦੇ ਨੇ ਰਹੱਸਵਾਦ, ਠੀਕ ਹੈ। ਟੌਪਿਕ ਵੀ ਸੀ, ਅਸੀਂ ਡਿਫਰੈਂਸ ਵੀ ਦੇਖਿਆ ਸੀਗਾ, ਰਹੱਸਵਾਦ ਤੇ ਨਵ ਰਹੱਸਵਾਦ ਦੇ ਵਿੱਚ ਕੀ ਡਿਫਰੈਂਸ ਆ। ਹੁਣ ਇਹ ਦੋ ਟੌਪਿਕ ਇਹਨਾਂ ਤੇ ਬਣਦੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਇਹ ਤੁਹਾਨੂੰ ਹਰ ਬੁੱਕ 'ਚ ਮਿਲ ਜਾਣਗੇ। ਜਿੱਥੋਂ ਭਾਈ ਵੀਰ ਸਿੰਘ ਦਾ ਅਸੀਂ ਥੋੜ੍ਹਾ ਜਿਹਾ ਸਾਹਿਤ ਦੇਖਾਂਗੇ, ਸਾਨੂੰ ਇਹਨਾਂ ਦਾ ਇਹ ਵਾਲਾ ਐਨਾਲਿਸਿਸ ਜ਼ਰੂਰ ਮਿਲਣਗੇ ਕਿਉਂਕਿ ਇਹ ਇਹਨਾਂ ਦੇ ਕਾਵਿ ਦੇ ਦੋ ਪ੍ਰਮੁੱਖ ਪੱਖ ਨੇ, ਹੈ ਨਾ। ਪੂਰਾ ਵੈਸੇ ਤਾਂ ਸਭ ਕੁਝ ਸਾਹਿਤ ਦੀ ਸ਼ੁਰੂਆਤ ਦੇਖਦੇ ਹਾਂ ਆਧੁਨਿਕ ਸਾਹਿਤ ਜਿਹੜਾ ਭਾਈ ਵੀਰ ਸਿੰਘ ਤੋਂ ਸ਼ੁਰੂ ਹੁੰਦਾ, ਨਾਵਲ ਇਹਨਾਂ ਨੇ ਲਿਖੇ, ਕਹਾਣੀਆਂ ਲਿਖੀਆਂ, ਬਟ ਕਵੀ ਦੇ ਵਿੱਚ ਤੌਰ 'ਤੇ ਅਗਰ ਦੇਖੀਏ ਨਾ, ਜਿਹੜੀ ਨਹੀਂ ਇਹਨਾਂ ਦੀ ਕਵਿਤਾ ਦਾ ਮਰਮ ਆ ਉਹ ਦੋ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀ। ਇੱਦਾਂ ਤੁਸੀਂ ਨੋਟਸ ਪ੍ਰਪੇਅਰ ਕਰਨੇ ਨੇ ਹਰ ਟੀਚਰ ਦੇ, ਠੀਕ ਹੈ। ਜਿਵੇਂ ਭਾਈ ਪ੍ਰੋਫੈਸਰ ਪੂਰਨ ਸਿੰਘ ਜੋ ਨੇ, ਉਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਕਹਿੰਦੇ ਨੇ, ਠੀਕ ਹੈ। ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ 6ਵਾਂ। ਹੁਣ ਇਹਦੇ ਤੇ ਤੁਹਾਨੂੰ ਪ੍ਰਪੇਅਰ ਕਰਨਾ ਚਾਹੀਦਾ ਵੀ ਕਿਉਂ ਕਹਿੰਦੇ ਨੇ, ਖੁੱਲੀ ਕਵਿਤਾ ਲਿਖਦੇ ਨੇ ਉਹ, ਠੀਕ ਹੈ, ਜਾਂ ਸਿਰਖੰਡੀ ਛਵੀ ਜਿਹੜਾ ਛੰਦ ਆ, ਖੁੱਲੀ ਕਵਿਤਾ ਦਾ ਛੰਦ ਹੁੰਦਾ ਉਹ, ਸਿਰਖੰਡੀ ਛੰਦ ਦੇ ਵਿੱਚ ਕਵਿਤਾ ਲਿਖੀ ਹੈ ਭਾਈ ਪ੍ਰੋਫੈਸਰ ਪੂਰਨ ਸਿੰਘ ਨੇ, ਠੀਕ ਹੈ। ਉਸ ਤੋਂ ਇਲਾਵਾ ਪ੍ਰੋਫੈਸਰ ਪੂਰਨ ਸਿੰਘ ਨੂੰ ਇੱਕ ਹੋਰ ਕੁਝ ਕਿਹਾ ਜਾਂਦਾ, ਪੰਜਾਬੀਅਤ ਦਾ ਕਵੀ ਵੀ ਕਿਹਾ ਜਾਂਦਾ, ਠੀਕ ਹੈ, ਪੰਜਾਬੀਅਤ ਦਾ ਕਵੀ ਵੀ ਕਿਹਾ ਜਾਂਦਾ। ਇਹ ਹੁਣ ਦੋ ਟੌਪਿਕ ਬਣ ਗਏ ਇਹਨਾਂ ਦੇ ਵੀ, ਕੁਐਸਚਨ ਇੱਥੇ ਤਾਂ ਰਿਪੀਟ ਹੋ ਰਿਹਾ, ਤੁਸੀਂ ਪ੍ਰੀਵੀਅਸ ਈਅਰ ਚੱਕ ਕੇ ਦੇਖ ਲੈਣਾ, ਤੁਹਾਨੂੰ ਆ ਦੋ ਮੇਨ ਟੌਪਿਕ ਦਿਖਣਗੇ। ਇੱਕ 6ਵਾਂ ਦਰਿਆ ਕਿਉਂ ਕਿਹਾ ਜਾਂਦਾ ਹੈ, ਦੂਸਰਾ ਪੰਜਾਬੀਅਤ ਦਾ ਕਵੀ ਕਿਉਂ ਕਿਹਾ। ਇਸ ਤਰ੍ਹਾਂ ਤੁਸੀਂ ਟੌਪਿਕ ਵਾਈਜ਼ ਪ੍ਰਪੇਅਰ ਕਰੋਗੇ ਡਿਫਰੈਂਟ ਲਾਇਬ੍ਰੇਰੀਜ਼ ਦੇ ਵਿੱਚੋਂ, ਠੀਕ ਹੈ। ਜਿਹੜੇ ਬੱਚੇ ਤਿਆਰੀ ਕਰਨਗੇ, ਕੋਰਸ ਦੇ ਵਿੱਚ ਪਾਰਟੀਸਪੇਟ ਕਰਨਗੇ, ਉਹਨਾਂ ਨੂੰ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਅਸੀਂ ਨੋਟਸ ਪ੍ਰਪੇਅਰ ਕਰ ਲਾਂਗੇ, ਬਟ ਜਿਹੜੇ ਬੱਚੇ ਨਹੀਂ ਕਰ ਪਾ ਰਹੇ ਉਹ ਥੋੜ੍ਹਾ ਜਿਹਾ ਲਾਇਬ੍ਰੇਰੀ 'ਚ ਵਰਕ ਕਰਨ, ਉਹਨਾਂ ਨੂੰ ਕਿੱਥੋਂ ਨਾ ਕਿੱਥੋਂ ਕੰਟੈਂਟ ਤੁਸੀਂ ਥੋੜ੍ਹਾ ਜਿਹਾ ਪ੍ਰਪੇਅਰ ਕਰਨਾ ਪਏਗਾ। ਇਹ ਤੇ ਨਾਲ ਨਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਤੁਸੀਂ ਕੋਟੇਸ਼ਨਸ ਨੇ ਇਹ ਤੁਹਾਨੂੰ ਲਿਖਣੀਆਂ ਪੈਣੀਆਂ ਨੇ, ਠੀਕ ਹੈ। ਕੁਝ ਜਿਵੇਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਵੀ ਸਾਨੂੰ ਸਾਰੀਆਂ ਕੋਟੇਸ਼ਨਾਂ ਯਾਦ ਨਹੀਂ ਕਰਨੀਆਂ, ਬਟ ਜਦੋਂ ਅਸੀਂ ਰੂਹਾਨੀਅਤ ਬਾਰੇ ਦੱਸਾਂਗੇ ਤਾਂ ਅਸੀਂ ਦੱਸਾਂਗੇ ਨਾ ਕਿ ਭਾਈ ਵੀਰ ਸਿੰਘ ਦੀ ਕੋਈ ਕੋਟੇਸ਼ਨ ਕਿਹੜੀ ਹੈ ਜਿਹੜੀ ਰਹੱਸਵਾਦ ਨੂੰ ਕਿਤੇ ਨਾ ਕਿਤੇ ਦੱਸਦੀ ਹੈ, ਐਕਸਪਲੇਨ ਕਰਦੀ ਹੈ ਰਹੱਸਵਾਦ ਬਾਰੇ, ਉਹਨਾਂ ਦਾ ਗੁਰੂ ਪ੍ਰਤੀ ਪਿਆਰ ਜਿਹੜਾ ਹੈਗਾ, ਪਰਮਾਤਮਾ ਪ੍ਰਤੀ ਪਿਆਰ ਦਿਖਦਾ, ਕਿਹੜੀ ਕੋਟੇਸ਼ਨ ਆ ਉਹ, ਠੀਕ ਆ। ਅਸੀਂ ਤਾਂ ਅਗਲ ਵਕੜੀ ਪਾਈ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਉਸ ਦਿਨ ਵੀ ਇਸ ਐਗਜ਼ਾਮਪਲ ਨੂੰ ਡਿਸਕਸ ਕੀਤਾ ਸੀਗਾ। ਇੱਦਾਂ ਤੁਹਾਨੂੰ ਦੇਣਾ ਪੈਣਾ ਔਰ ਕੋਟੇਸ਼ਨ ਪ੍ਰਪੇਅਰ ਕਰਨੀਆਂ ਪੈਣੀਆਂ ਰਹੱਸਵਾਦ ਦੇ ਵਿੱਚ, ਰੋਮਾਂਸਵਾਦ ਦੇ ਵਿੱਚ, ਪ੍ਰਗਤੀਵਾਦ ਦੇ ਵਿੱਚ, ਨਵ ਰਹੱਸਵਾਦ ਦੇ ਵਿੱਚ, ਪ੍ਰਯੋਗਵਾਦੀ, ਹੈ ਨਾ, ਸੁਹਜਵਾਦ, ਤੇ ਇੱਥੇ ਕਿਤੇ ਨਾ ਕਿਤੇ ਨਵ ਪ੍ਰਗਤੀਵਾਦ। ਇਹਨਾਂ ਸਾਰੀਆਂ ਦੀਆਂ ਕੋਟੇਸ਼ਨਾਂ ਤੁਹਾਨੂੰ ਕੁਝ ਪ੍ਰਪੇਅਰ ਕਰਨੀਆਂ ਪੈਣੀਆਂ ਨੇ ਜੋ ਤੁਸੀਂ ਆਨਸਰ ਦੇ ਵਿੱਚ ਮੈਂਸ਼ਨ ਕਰ ਸਕੋ। ਦੂਜਾ ਸੈਕਸ਼ਨ ਦੇਖੋ, ਫੋਕ ਲਿਟਰੇਚਰ, ਫੋਕ ਸੌਂਗ, ਫੋਕ ਟੇਲਸ, ਰਿਡਲਸ, ਪ੍ਰੋਵਰਬਸ। ਇਹਦੇ ਵਿੱਚ ਤੁਸੀਂ ਇਹ ਵਾਲੀ ਬੁੱਕ ਦੇਖੋ, ਪੰਜਾਬ ਦੀ ਲੋਕ ਧਾਰਾ ਬਾਈ ਸੋਹਿੰਦਰ ਸਿੰਘ ਬੇਦੀ, ਠੀਕ ਹੈ। ਸੋਹਿੰਦਰ ਸਿੰਘ ਬੇਦੀ ਦੀ ਇਹ ਬੁੱਕ ਲਿਖੀ ਹੋਈ ਆ ਤੇ ਜਲੰਧਰ 'ਚ ਤੁਹਾਨੂੰ ਮਿਲ ਜੇਗੀ, ਨਿਊ ਬੁੱਕ ਕੰਪਨੀ ਜਿਹੜੀ ਹੈਗੀ ਆ ਉਹਨਾਂ ਦੀ ਸ਼ਾਪ ਤੇ ਮਿਲ ਜੇਗੀ ਇਹ, ਠੀਕ ਹੈ। ਪੰਜਾਬ ਦੀ ਲੋਕ ਧਾਰਾ ਸੋਹਿੰਦਰ ਸਿੰਘ ਬੇਦੀ, ਕਾਫੀ ਹੱਦ ਤੱਕ ਕੰਪਲੀਟ ਹੋ ਜਾਏਗਾ, ਮਤਲਬ ਤੁਹਾਡੇ ਸਾਰਾ ਸੈਕਸ਼ਨ ਇੱਥੋਂ ਜਿਹੜਾ ਹੈਗਾ ਫੋਕ ਸੌਂਗ ਦਾ, ਟੇਲਸ ਦਾ, ਰਿਡਲਸ ਦਾ, ਇਹ ਸਾਰਾ ਇੱਥੋਂ ਪ੍ਰਪੇਅਰ ਹੋ ਜਾਏਗਾ। ਐਪਿਕ ਲਈ ਦੇਖੋ, ਇਹ ਵੀ ਥੋੜਾ ਜਿਹਾ ਜਿਹਨੂੰ ਆਪਾਂ ਕਹਿੰਦੇ ਆ ਮਹਾਕਾਵ, ਠੀਕ ਹੈ। ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਇਹ ਆਕਾਰ ਨਾਲ ਰਿਲੇਟਡ ਹੁੰਦਾ, ਵੀ ਜਿਹੜਾ ਬਹੁਤ ਵੱਡੀ ਕਵਿਤਾ ਹੁੰਦੀ ਆ, ਬਹੁਤ ਵੱਡਾ ਆਕਾਰ ਹੁੰਦਾ ਜਿਹੜੀ ਬੁੱਕ ਦਾ, ਉਹਨੂੰ ਮਹਾਕਾਵ ਕਹਿੰਦੇ ਨੇ, ਠੀਕ ਹੈ। ਵੀਰ ਸਿੰਘ, ਅਵਤਾਰ ਸਿੰਘ ਆਜ਼ਾਦ ਤੇ ਮੋਹਨ ਸਿੰਘ, ਤਿੰਨਾਂ ਦਾ ਜ਼ਿਕਰ ਹੈ ਇਸ ਚੀਜ਼ ਦੇ ਵਿੱਚ। ਇਹ ਵੀ ਤੁਹਾਨੂੰ ਥੋੜਾ ਜਿਹਾ ਇਹਦੇ ਤੇ ਵਰਕ ਕਰਨਾ ਪੈਣਾ। ਪੰਜਾਬੀ ਭਵਨ ਦੀ ਲਾਇਬ੍ਰੇਰੀ ਜਿਹੜੀ ਲੁਧਿਆਣਾ, ਉਹਦੇ 'ਚ ਤੁਹਾਨੂੰ ਮਿਲ ਜੇਗੀ ਮਹਾਕਾਵ ਤੇ ਬਹੁਤ ਸਾਰੀਆਂ ਬੁੱਕਸ ਮਿਲ ਜਾਣਗੀਆਂ, ਉੱਥੋਂ ਤੁਸੀਂ ਕੋਈ ਵੀ ਇੱਕ ਬੁੱਕ ਪ੍ਰੈਫਰ ਕਰਕੇ ਨਾ ਤੁਸੀਂ ਨੋਟਸ ਬਣਾ ਸਕਦੇ ਹੋ। ਮੈਂ ਕਾਫੀ ਜ਼ਿਆਦਾ ਬੁੱਕਸ ਫੋਲੋ ਕੀਤੀਆਂ ਸੀ ਇਹਦੇ ਲਈ ਤੇ ਪ੍ਰਪੇਅਰ ਕੀਤਾ ਸੀਗਾ ਮਹਾਕਾਵ ਨੂੰ, ਮੈਂ ਇੰਟਰੋਡਕਸ਼ਨ ਵਗੈਰਾ, ਕਨਕਲੂਜਨ ਵਗੈਰਾ ਤੱਕ ਵੀ ਪ੍ਰਪੇਅਰ ਕਰ ਲਿਆ ਸੀ ਤਾਂ ਕਿ ਬਹੁਤ ਵਧੀਆ ਤਰੀਕੇ ਨਾਲ ਅਸੀਂ ਮੈਂਸ਼ਨ ਕਰ ਸਕੀਏ। ਇੱਦਾਂ ਤੁਹਾਨੂੰ ਨੋਟਸ ਪ੍ਰਪੇਅਰ ਕਰਨਾ, ਠੀਕ ਹੈ, ਬਿਲਕੁਲ ਆਥਰਵਾਈਜ਼ ਤੁਸੀਂ ਲੈ ਲੈਣਾ ਇਸ ਨੂੰ। ਉਸ ਤੋਂ ਬਾਅਦ ਦੇਖਦੇ ਹਾਂ ਜਿਹੜੀ ਲਿਰਿਕਸ ਆ, ਠੀਕ ਹੈ। ਇਹਦੇ ਲਈ ਤੁਹਾਨੂੰ ਇੱਕੋ ਬੁੱਕ ਕੰਪਲੀਟ ਹੈ ਤੁਹਾਡੀ, ਕੁਛ ਤੋਂ ਜ਼ਿਆਦਾ ਕੁਛ ਕਰਨ ਦੀ ਲੋੜ ਨਹੀਂ। ਆਧੁਨਿਕ ਪ੍ਰਗੀਤ ਸ਼ਿਲਪ,
ठीक है। आधुनिक प्रगीत शिल्प ये बुक आ, डॉक्टर ठाकर दत्त जोशी आ, ये बुक भी तुहानू जलंधर दे विच न्यू बुक कंपनी तो मिल जाएगी। ठीक है। आधुनिक प्रगीत शिल्प, मैं फिर तो नाम लै रहा ताकि जिन्होंने बच्चों को कन्फ्यूजन हो वो दोबारा तो सुन लैन। डॉक्टर जिहड़ा ठाकर दत्त जोशी ने उन्होंने बुक लिखी हुई है। ठीक है, आगे देखते हैं। इस तो इलावा इसे ही पेपर सैक्शन बी दे विच अगे की आ, ड्रामा शॉर्ट स्टोरी नॉवल। देखो ये भी नोट्स मैं जिहड़े सीगे पंजाबी यूनीवर्सिटी पटियाला की लाइब्रेरी तो प्रिपेयर किए सीगे। देखो तुहानू की है ना, देखो की हुंदा ना, कुछ कुछ जिहड़े सैक्शन ने ना तुसीं छड्ड भी सकदे हो, ਜ਼ਰੂਰੀ नहीं है हर सैक्शन प्रिपेयर करना। ਤੁਸੀਂ ਇਹ ਦੇਖਣਾ ਵੀ ਕਿਹਦੇ 'ਚੋਂ ਪ੍ਰਸ਼ਨ ਜ਼ਿਆਦਾ ਬਣਦੇ ਨੇ। ਇਹ ਜਿਹੜਾ ਤੁਸੀਂ ਸੈਕਸ਼ਨ ਦੇਖੋਗੇ ਨਾ ਤਾਂ ਇੰਨਾ ਜ਼ਿਆਦਾ ਇਹਨੂੰ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ, ਮਤਲਬ ਬਹੁਤ ਘੱਟ ਜਿਹੜੇ ਨੇ ਕੁਐਸਚਨ ਪ੍ਰਿਪੇਅਰ ਬਣਦੇ ਨੇ ਇਹਦੇ ਤੋਂ। ਬਟ ਮੈਂ ਫਿਰ ਵੀ ਥੋੜਾ ਬਹੁਤ ਇਹਦੇ ਤੇ ਵਰਕ ਕਰਕੇ ਇਹਦੇ ਨੋਟਸ ਬਣਾ ਲਏ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚੋਂ। ਠੀਕ ਹੈ, ਤੁਸੀਂ ਕਰ ਸਕਦੇ ਹੋ। ਜਿਹੜਾ ਆ ਸੋਸ਼ੀਓ ਕਲਚਰਲ ਇਨਫਲੂਐਂਸ ਆ, ਇਹਦੇ ਬੜੇ ਮੁਸ਼ਕਿਲ ਨਾਲ ਨੋਟਸ ਮਿਲਦੇ ਨੇ। ਬਟ ਇਹਦਾ ਇਹ ਆ ਵੀ ਮੈਂ ਖੋਜ ਪੱਤਰਿਕਾ ਤੋਂ ਕੁਝ ਕੰਟੈਂਟ ਕੱਢਿਆ ਸੀ ਤੇ ਕੁਝ ਪੰਜਾਬੀ ਜਿਹੜੇ ਨਿਊਜ਼ਪੇਪਰ ਨੇ ਹੈ ਨਾ, ਉਹਨਾਂ 'ਚੋਂ ਕੁਝ ਨਾ ਕੁਝ ਕੰਟੈਂਟ ਆਇਆ ਜਿਹੜੇ ਐਡੀਟੋਰੀਅਲਸ ਆਉਂਦੇ ਨੇ ਪੰਜਾਬ ਦੇ। ਕੁਝ ਪੇਪਰਸ ਨੇ ਨਾ ਜਿਨ੍ਹਾਂ 'ਚ ਨਿਊਜ਼ਪੇਪਰ ਨੇ, ਉਹਨਾਂ 'ਚੋਂ ਜਿਵੇਂ ਅਜੀਤ ਹੋ ਗਿਆ, ਕਈ ਵਾਰੀ ਇਹਦੇ 'ਚ ਸੰਪਾਦਕੀ ਆਉਂਦਾ, ਜਾਗਰਣ 'ਚ ਵੀ ਆ ਜਾਂਦੇ ਨੇ ਕਈ ਵਾਰੀ। ਠੀਕ ਹੈ, ਪੰਜਾਬੀ ਟ੍ਰਿਬਿਊਨ ਸਭ ਤੋਂ ਅੱਛਾ ਨਿਊਜ਼ਪੇਪਰ ਆ, ਉਹਦੇ 'ਚ ਤੁਸੀਂ ਥੋੜ੍ਹਾ ਜਿਹਾ ਤੁਹਾਨੂੰ ਇੱਕ ਤਾਂ ਦੋ ਚੀਜ਼ਾਂ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ ਪੰਜਾਬੀ ਟ੍ਰਿਬਿਊਨ 'ਚੋਂ। ਇੱਕ ਤਾਂ ਤੁਸੀਂ ਜਿਹੜਾ ਪੰਜਾਬੀ ਦੇ ਵਿੱਚ ਵਰਤਮਾਨ ਪੰਜਾਬੀ ਭਾਸ਼ਾ ਨੂੰ ਕਿਹੜੀਆਂ ਚੁਣੌਤੀਆਂ ਨੇ ਹੈ ਨਾ, ਆਪਾਂ ਦੇਖਦੇ ਹਾਂ। ਕਿਉਂਕਿ ਦੇਖ UPSC ਪੁੱਛਦਾ ਇਹ ਸਵਾਲ ਬਹੁਤ ਵਾਰ ਪੁੱਛਿਆ ਵੀ ਤੁਹਾਡੀ ਚੁਣੌਤੀਆਂ ਤੁਹਾਨੂੰ ਕੀ ਲੱਗਦਾ ਪੰਜਾਬੀ ਭਾਸ਼ਾ ਦੇ ਸਾਹਮਣੇ। ਕਿਉਂਕਿ ਤੁਸੀਂ ਦੇਖ ਰਹੇ ਹੋ ਨਾ ਡੇ ਬਾਈ ਡੇ ਸਾਡੀਆਂ ਜਿਹੜੀ ਭਾਸ਼ਾ ਸਾਡੀ ਪੰਜਾਬੀ ਭਾਸ਼ਾ ਮਾਂ ਬੋਲੀ ਹੈ ਸਾਡੀ ਹੈ ਨਾ, ਇਹਦੇ ਤੇ ਕਿੰਨਾ ਜ਼ਿਆਦਾ ਇਫੈਕਟ ਪੈ ਰਿਹਾ। ਭੁੱਲਦੇ ਜਾ ਰਹੇ ਨੇ ਲੋਕ ਬੋਲਣ ਲਈ, ਯੂਜ਼ ਨਹੀਂ ਕਰ ਰਹੇ ਗੁਰਮੁਖੀ ਲਿਪੀ, ਸਾਡੀ ਪੂਰਾ ਕਿਤੇ ਨਾ ਕਿਤੇ ਇਫੈਕਟ ਹੁੰਦੀ ਜਾ ਰਹੀ ਆ। ਇਹਦੇ ਲਈ ਮੈਨੂੰ ਲੱਗਦਾ ਕੁਝ ਤੁਹਾਨੂੰ ਦੱਸਣ ਦੀ ਲੋੜ ਨਹੀਂ। ਅੱਜ ਪੰਜਾਬੀ ਮਾਂ ਬੋਲੀ ਜਿਹੜੀ ਆ, ਕੋਸ਼ਿਸ਼ ਅਸੀਂ ਵੱਡੇ ਪੱਧਰ 'ਤੇ ਸਾਨੂੰ ਕਰਨ ਦੀ ਲੋੜ ਆ ਵੀ ਕਿਸੇ ਤਰੀਕੇ ਨਾਲ ਪੰਜਾਬੀ ਜਿਹੜੀ ਆ ਉਹਨੂੰ ਅਸੀਂ ਪ੍ਰਮੋਟ ਕਰੀਏ, ਅਸੀਂ ਘਰ ਦੇ ਵਿੱਚ ਕੋਸ਼ਿਸ਼ ਕਰੀਏ ਜ਼ਿਆਦਾ ਤੋਂ ਜ਼ਿਆਦਾ ਬੋਲੀਏ। ਬਟ ਕਿਤੇ ਨਾ ਕਿਤੇ ਉਹ ਚੀਜ਼, ਇਹ ਜਿਹੜੀਆਂ ਚੁਣੌਤੀਆਂ ਨੇ ਨਾ ਪੰਜਾਬੀ ਭਾਸ਼ਾ ਸਾਹਮਣੇ, ਜਿਵੇਂ ਕੰਪਿਊਟਰਾਈਜੇਸ਼ਨ ਹੋ ਗਿਆ ਇੱਕ ਵੱਡੀ ਚੁਣੌਤੀ ਆ ਹੈ ਨਾ। ਕੰਪਿਊਟਰਾਈਜੇਸ਼ਨ 'ਚ ਹਾਲਾਂਕਿ ਇਹਦਾ ਫਾਇਦਾ ਵੀ ਆ ਬਟ ਕੁਝ ਨੁਕਸਾਨ ਵੀ ਨੇ। ਕਿਉਂਕਿ ਚੁਣੌਤੀਆਂ ਇਹਦੇ 'ਚ ਕੀ ਦੇਖਦੇ ਹਾਂ, ਇੰਗਲਿਸ਼ ਜਿਹੜੀ ਆਪਾਂ ਰੋਮਨ ਲਿਪੀ 'ਚ ਲਿਖਦੇ ਹਾਂ, ਅਸੀਂ ਕਈ ਵਾਰੀ ਪੰਜਾਬੀ ਯੂਜ਼ ਨਹੀਂ ਕਰਦੇ, ਜਾਂ ਤਾਂ ਅਸੀਂ ਇੰਗਲਿਸ਼ ਯੂਜ਼ ਕਰਦੇ ਹਾਂ ਜਾਂ ਅਸੀਂ ਹਿੰਦੀ ਯੂਜ਼ ਕਰਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਇੰਗਲਿਸ਼ ਯੂਜ਼ ਕਰਨ ਨੂੰ ਕਿਤੇ ਨਾ ਕਿਤੇ ਅਸੀਂ ਆਪਣਾ ਥੋੜਾ ਸਟੇਟਸ ਸਿੰਬਲ ਨਾਲ ਉਹ ਜੁੜ ਜਾਂਦੀ ਹੈ ਉਹ ਚੀਜ਼, ਅਸੀਂ ਉਹਨੂੰ ਯੂਜ਼ ਕਰਦੇ ਹਾਂ। ਇਹ ਜਿਹੜੀਆਂ ਚੁਣੌਤੀਆਂ ਨੇ ਨਾ, ਇਹ ਸਭ ਚੀਜ਼ਾਂ ਤੁਹਾਨੂੰ ਪੰਜਾਬੀ ਨਿਊਜ਼ਪੇਪਰ 'ਚੋਂ ਪ੍ਰਿਪੇਅਰ ਕਰਨੀਆਂ ਪੈਣੀਆਂ ਨੇ। ਲੇਟੈਸਟ ਡਾਟਾ, ਠੀਕ ਹੈ। ਥੋੜਾ ਜਿਹਾ ਇੱਕ ਜਿਹੜਾ ਸੈਗਮੈਂਟ ਆ ਜਿਹੜਾ ਪੰਜਾਬੀ ਭਾਸ਼ਾ ਦਾ ਵਿਕਾਸ ਆ, ਮੈਂ ਤੁਹਾਨੂੰ ਦੱਸਿਆ ਸੀਗਾ ਨਿਕਾਸ ਤੇ ਵਿਕਾਸ ਦੇ ਵਿੱਚ ਕੀ ਡਿਫਰੈਂਸ ਆ ਹੈ ਨਾ। ਨਿਕਾਸ ਜਿਹੜਾ ਉਹ ਆ ਜਿਹੜਾ ਅਪਭ੍ਰੰਸ਼ਾਂ ਤੱਕ ਹੋਇਆ ਹੈ ਨਾ, ਅਪਭ੍ਰੰਸ਼ਾਂ ਤੱਕ ਹੋਇਆ। ਜਿਹੜਾ ਵਿਕਾਸ ਉਹ ਆ ਜਿਹੜਾ ਅਸੀਂ 8ਵੀਂ ਨਾਥ ਜੋਗੀ ਸਾਹਿਤ ਤੋਂ ਲੈ ਕੇ ਹੁਣ ਤੱਕ ਦਾ ਸਿਸਟਮ ਦੇਖਦੇ ਹਾਂ। ਇਹਦੇ ਵਿੱਚ ਸਾਨੂੰ ਵਿਕਾਸ ਜਿਹੜਾ ਉਹ 1990 ਤੱਕ ਤਾਂ ਕਈ ਬੁੱਕਸ ਤੋਂ ਮਿਲ ਜਾਂਦਾ, ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਏਰੀਆ ਜਿਵੇਂ ਹੁਣ 2021 ਤੱਕ ਜਾਂ 22 ਤੱਕ ਕੀ ਸਿਸਟਮ ਚੱਲ ਰਿਹਾ, ਇਹਦੇ ਲਈ ਸਾਨੂੰ ਥੋੜਾ ਜਿਹਾ ਨਿਊਜ਼ਪੇਪਰ ਤੇ ਡਿਪੈਂਡ ਰਹਿਣਾ ਪੈਣਾ ਹੈ ਨਾ। ਉੱਥੋਂ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਸੋਸ਼ੀਓ ਕਲਚਰਲ ਇਨਫਲੂਐਂਸ ਵਾਲਾ ਵੀ ਸੈਕਸ਼ਨ ਤੁਹਾਡਾ ਕੰਪਲੀਟ ਹੋ ਜਾਏਗਾ। ਐਸੇ ਵਾਲਾ ਦੇਖੋ, ਠੀਕ ਹੈ, ਕਾਫੀ ਸਕੋਰਿੰਗ ਆ। ਤੇ ਇਹਦੇ ਵਿੱਚ ਤੁਸੀਂ ਇੱਕ ਦੋ ਬੁੱਕਸ ਇਹ ਵਾਲੀਆਂ ਫੋਲੋ ਕਰ ਸਕਦੇ ਹੋ। ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਬਾਈ ਜਿਹੜਾ ਬੁੱਕ ਲਿਖੀ ਹੋਈ ਆ ਬਿਕਰਮ ਸਿੰਘ ਘੁੰਮਣ, ਠੀਕ ਹੈ, ਬਿਕਰਮ ਸਿੰਘ ਘੁੰਮਣ ਦੀ ਇੱਕ ਬੁੱਕ ਆ, ਇਹ ਤੁਸੀਂ ਪੜ੍ਹ ਸਕਦੇ ਹੋ। ਤੇਜਾ ਸਿੰਘ ਦੀ ਵਾਰਤਕ ਜਿਹੜੀ ਆ ਕਲਾ, ਤੇਜਾ ਸਿੰਘ ਦੀ ਵਾਰਤਕ ਕਲਾ, ਇਹ ਦੀਵਾਨ ਸਿੰਘ ਬਿਕਰਮ ਸਿੰਘ ਘੁੰਮਣ, ਇਹਨਾਂ ਦੋਨਾਂ ਦੀ ਬੁੱਕ ਲਿਖੀ ਹੋਈ ਆ। ਇਹ ਵੀ ਅੱਛੀ ਬੁੱਕ ਆ, ਬਹੁਤ ਅੱਛੀ ਬੁੱਕ ਆ, ਇਹ ਮੈਂ ਕਈ ਵਾਰ ਪੜ੍ਹੀ ਆ। ਤੁਸੀਂ ਇਹਦੇ 'ਚੋਂ ਨੋਟਸ ਬਣਾ ਸਕਦੇ ਹੋ ਹੈ ਨਾ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਗਦ ਸ਼ੈਲੀ, ਇਹ ਡਾਕਟਰ ਗੁਰਦੇਵ ਸਿੰਘ ਦੀ ਲਿਖੀ ਹੋਈ ਬੁੱਕ ਆ। ਇਹ ਤਿੰਨ ਬੁੱਕਸ ਤੁਸੀਂ ਇਨਫ ਨੇ ਐਸੇ ਲਈ। ਥੋੜ੍ਹੇ ਜਿਹੇ ਨੋਟਸ ਤੁਹਾਨੂੰ ਬਣਾਉਣੇ ਪੈਣੇ ਨੇ ਬੁੱਕਸ ਦੇ ਵਿੱਚੋਂ, ਤੁਸੀਂ ਬਣਾ ਸਕਦੇ ਹੋ। ਐਸੇ ਲਈ ਤੁਹਾਡਾ ਇਹ ਕੰਪਲੀਟ ਨੇ, ਠੀਕ ਹੈ। ਇਸ ਤੋਂ ਜ਼ਿਆਦਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਆ। ਜਿਹੜਾ ਗੁਰਬਖਸ਼ ਸਿੰਘ ਤੇ ਕੁਸ਼ਨਵਾਜ ਜਿਹੜਾ ਹੈਗਾ ਨਾ, ਉਹ ਪੰਜਾਬੀ ਨਿਬੰਧ ਜਿਹੜੀ ਬੁੱਕ ਆ ਬਲਬੀਰ ਸਿੰਘ ਦੁੱਗਲ ਦੀ, ਉੱਥੋਂ ਹੀ ਕਵਰ ਹੋ ਜਾਏਗਾ, ਠੀਕ ਹੈ। ਮੈਕਸੀਮਮ ਜਿਹੜੇ ਉਹਨਾਂ ਦੇ ਸ਼ੈਲੀ ਨੂੰ ਲੈ ਕੇ ਕੁਐਸਚਨ ਪੁੱਛਿਆ ਜਾਂਦਾ। ਸਰੂਪ ਸਿਧਾਂਤ ਤੇ ਵਿਕਾਸ ਇਹ ਬੁੱਕ ਆ, ਪੰਜਾਬੀ ਨਿਬੰਧ ਜਿਹੜੀ ਆ ਸਰੂਪ ਸਿਧਾਂਤ ਤੇ ਵਿਕਾਸ ਬਲਬੀਰ ਸਿੰਘ ਦੁੱਗਲ ਦੀ, ਇੱਥੋਂ ਤੁਹਾਡਾ ਗੁਰਬਖਸ਼ ਸਿੰਘ ਦਾ ਜਿਹੜਾ ਟੌਪਿਕ ਆ ਉਹ ਪ੍ਰਿਪੇਅਰ ਹੋ ਜਾਏਗਾ। ਇਹ ਮੈਨੂੰ ਲੱਗਦਾ ਵੀ ਤੁਹਾਡਾ ਕਾਫੀ ਹੱਦ ਤੱਕ ਹੋ ਗਿਆ। ਇਹ ਜਿਹੜਾ ਲਿਟਰੇਰੀ ਕ੍ਰਿਟਿਸਿਜ਼ਮ ਆ, ਇਹਦੀ ਇੱਕ ਬੁੱਕ ਆ, ਦੇਖੋ, ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ ਬਾਈ ਹਰਭਜਨ ਸਿੰਘ ਭਾਟੀਆ ਦੀ ਬੁੱਕ ਆਏ, ਠੀਕ ਹੈ। ਇਹ ਪਬਲਿਸ਼ਰ ਵੀ ਦੇਖ ਲਓ ਤੁਸੀਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਬੁੱਕ ਆਏ। ਬਟ ਮੈਂ ਇਹ ਤੁਹਾਨੂੰ ਮਿਲ ਵੀ ਜਾਏਗੀ ਨਿਊ ਬੁੱਕ ਕੰਪਨੀ ਤੇ। ਬਟ ਇਸ ਬੁੱਕ ਦੇ ਵਿੱਚ ਨਾ ਇੱਕ ਥੋੜਾ ਇਸ਼ੂ ਇਹ ਆ ਵੀ ਇਹਦੀ ਲੈਂਗੁਏਜ ਥੋੜੀ ਜਿਹੀ ਟਫ ਆ, ਠੀਕ ਹੈ। ਲੈਂਗੁਏਜ ਬੜੀ ਮਤਲਬ ਮੁਸ਼ਕਿਲ ਹੁੰਦੀ ਹੈ। ਤੁਸੀਂ ਇੱਕ ਪੇਜ ਵੀ ਪੜ੍ਹਨ 'ਚ ਤੁਹਾਨੂੰ ਦਿੱਕਤ ਹੋਣੀ ਆ। ਬਟ ਤੁਹਾਨੂੰ ਦੇਖੋ ਹੁਣ ਜੇ ਇਹਨੂੰ ਪ੍ਰਿਪੇਅਰ ਕਰਨਾ, ਇਸ ਸੈਗਮੈਂਟ ਨੂੰ ਵੀ ਮੈਂ ਇਗਨੋਰ ਹੀ ਕੀਤਾ ਸੀ, ਜ਼ਿਆਦਾ ਇਹਦੇ 'ਤੇ ਵਰਕ ਨਹੀਂ ਕੀਤਾ ਸੀ। ਬਟ ਉਹਨਾਂ ਕੋ ਪ੍ਰਿਪੇਅਰ ਕਰ ਲਿਆ ਸੀ ਵੀ ਜੇ ਰੈਂਡਮਲੀ ਕੁਐਸਚਨ ਆ ਹੀ ਜੇ, ਠੀਕ ਹੈ, ਕੁਐਸਚਨ ਨੂੰ ਬਿਲਕੁਲ ਹੈਂਡਲ ਹੀ ਕਰਨਾ ਹੋਵੇ ਤਾਂ ਸਾਡੇ ਕੋਲ ਥੋੜਾ 1.5-2 ਪੇਜ ਦਾ ਕੰਟੈਂਟ ਹੋਣਾ ਚਾਹੀਦਾ। ਇਸ ਬੁੱਕ ਨੂੰ ਤੁਸੀਂ ਇੰਨਾ ਪੜ੍ਹ ਕੇ ਥੋੜਾ ਜਿਹਾ ਉਹਦਾ ਇੰਟਰੋਡਕਸ਼ਨ ਤੇ ਐਂਡਿੰਗ ਵਾਲਾ ਪੋਰਸ਼ਨ ਦੇਖ ਲੈਣਾ ਤੇ ਤੁਸੀਂ ਥੋੜਾ ਇਸ ਟੌਪਿਕ ਨੂੰ ਵੀ ਪ੍ਰਿਪੇਅਰ ਕਰ ਲੈਣਾ। ਇਹ ਸਾਡਾ ਲਗਭਗ ਪੇਪਰ ਫਸਟ ਜਿਹੜਾ ਹੈਗਾ ਇਹ ਕੰਪਲੀਟ ਹੋ ਗਿਆ।
ठीक है, दोनों सैगमेंट असी देख लिया। मैं तुहानूं ये भी दसता भी तुसीं किहड़ा सैगमेंट जिहड़ा न्यूज़पेपर तो चुकना हैगा, किहदे तुसीं नोट्स बनाने ने ते किहड़ियां लाइब्रेरीज़ तुहाडे लई हैल्पफुल हो सकदियां ने। पंजाबी यूनीवर्सिटी पटियाला दी लाइब्रेरी सब तो ज़्यादा हैल्पफुल आ, पंजाबी भवन लुधियाना जिहड़ा हैगा वो सब तो ज़्यादा हैल्पफुल आ, थोड़ा जिहा हैल्पफुल हो सकती है पंजाब यूनीवर्सिटी, जेकर तुसीं उत्थे भी जा सको, कुछ कंटेंट तुहानूं उत्थे भी मिल जाएगा। ठीक है, बट अदरवाइज तुसीं आ दो यूनीवर्सिटियां ते लाइब्रेरी तां तुहानूं कोशिश करनी चाहिए भी, थोड़ा जिहा तुहानूं विजिट करना चाहिए इन्हां लाइब्रेरी च। ਅੱਗੇ ਆਪਾਂ ਹੁਣ ਦੇਖਦੇ ਹਾਂ ਪੇਪਰ 2 ਦਾ। ਠੀਕ ਹੈ, ਹੁਣ ਦੇਖੋ ਜਿਹੜੇ ਤਾਂ ਨਾਨਕ ਸਿੰਘ, ਗੁਰਬਖਸ਼ ਸਿੰਘ, ਬਲਰਾਜ ਸਾਹਨੀ, ਗਾਰਗੀ, ਇਹਨਾਂ ਦੇ ਜਿਹੜੀਆਂ ਤਾਂ ਕੰਪਲੀਟ ਟੈਕਸਟ ਬੁੱਕਸ ਨੇ, ਹੈ ਨਾ, ਉਹ ਤਾਂ ਸਾਨੂੰ ਪੜ੍ਹਨੀਆਂ ਹੀ ਪੈਣੀਆਂ ਨੇ। ਕਈ ਵਾਰ ਸਾਨੂੰ ਉਹਦਾ ਘੱਟੋ ਘੱਟ ਤੁਹਾਨੂੰ ਮੈਂ ਦੱਸਾਂ ਵੀ ਮੈਂ ਲਗਭਗ 5 ਵਾਰੀ ਪੂਰਾ ਟੈਕਸਟ ਪੜ੍ਹਿਆ ਸੀਗਾ, ਹੈ ਨਾ। ਅੱਛਾ, 5 ਵਾਰੀ ਕਿਉਂ ਪੜ੍ਹਿਆ ਸੀ, ਕੀ ਇਹਦੀ ਲੋੜ ਹੈ? ਕਿਉਂਕਿ ਦੇਖੋ ਇਹਦੇ ਵਿੱਚੋਂ ਨਾ ਗੱਦ ਦਾ ਪੈਰਾ ਪੁੱਛਿਆ ਜਾਂਦਾ, ਕੋਈ ਵੀ ਪੈਰਾ ਦੇ ਦੇਣਗੇ ਤੁਹਾਨੂੰ ਤੇ ਉਹ ਪੈਰਾ ਤੁਹਾਨੂੰ ਪੁੱਛਣਗੇ ਵੀ ਦੱਸੋ ਇਹਦੇ ਬਾਰੇ ਨਾ ਪ੍ਰਸੰਗ ਸਹਿਤ ਵਿਆਖਿਆ ਕਰੋ ਜਾਂ ਆਲੋਚਨਾਤਮਕ ਵਿਆਖਿਆ ਕਰੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਆ ਕਿਹੜੀ ਬੁੱਕ ਚੋਂ ਆ। ਉਹ ਕਿਵੇਂ ਪਤਾ ਲੱਗੂਗਾ? ਜਦੋਂ ਤੁਸੀਂ ਇਹ ਬੁੱਕਸ ਨੂੰ ਕਈ ਵਾਰੀ ਪੜ੍ਹਿਆ ਹੋਏਗਾ, ਹੈ ਨਾ, ਇਹ ਟੈਕਸਟ ਬੁੱਕਸ ਨੂੰ ਤੁਹਾਨੂੰ ਕਈ ਵਾਰੀ ਪੜ੍ਹਨਾ ਹੋਏਗਾ, ਤਾਂ ਹੀ ਤਾਂ ਤੁਹਾਨੂੰ ਇਹ ਪੈਰਾ ਯਾਦ ਆਏਗਾ ਨਾ। ਉਹਨਾਂ ਨੇ ਥੋੜ੍ਹੀ ਦੱਸਣਾ ਵੀ ਕਿਹੜੀ ਬੁੱਕ ਦਾ ਪੈਰਾ ਹੈਗਾ ਜਾਂ ਕਿਹੜੇ ਆਥਰ ਨੇ ਲਿਖਿਆ ਹੈਗਾ, ਕਿਹੜੀ ਬੁੱਕ ਆ, ਕੁਛ ਨਹੀਂ। ਤੁਹਾਨੂੰ ਉਸ ਆਪਣੇ ਆਪ ਰਿਕਾਲ ਕਰਨਾ ਪੈਣਾ ਐਗਜ਼ਾਮੀਨੇਸ਼ਨ ਦੇ ਵਿੱਚੋਂ ਕਿ ਆਹ ਪੈਰਾ ਇਸ ਬੁੱਕ ਤੋਂ ਚੱਕਿਆ ਗਿਆ, ਇਹਦੇ ਆਥਰ ਇਹ ਨੇ ਤੇ ਇਸ ਦੀ ਜਿਹੜੀ ਮੀਨਿੰਗ ਆ, ਮਤਲਬ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਨਾ ਕਿਹਦੀ ਬੁੱਕ ਤੋਂ ਲਿਖਿਆ, ਫਿਰ ਉਸ ਤੋਂ ਬਾਅਦ ਅਸੀਂ ਐਕਸਪਲੇਨ ਕਰ ਸਕਦੇ ਹਾਂ। ਥੋੜ੍ਹਾ ਬਹੁਤ ਸਾਨੂੰ ਆਈਡੀਆ ਰਹੇਗਾ ਵੀ ਹਾਂ ਵੀ ਲੋਹਾ ਕੁੱਟ ਦੀ ਅਗਰ ਬੁੱਕ ਆ, ਠੀਕ ਹੈ, ਗਾਰਗੀ ਦੀ, ਤਾਂ ਉਹਦੇ 'ਚ ਕੀ ਦਿੱਤਾ ਹੋਇਆ, ਸਮਾਜ 'ਤੇ ਕਿਤੇ ਨਾ ਕਿਤੇ ਕਰੜੇ ਵਿਅੰਗ ਕੀਤੇ ਗਏ ਨੇ, ਤਾਂ ਅਸੀਂ ਐਕਸਪਲੇਨ ਤਾਂ ਬਾਅਦ 'ਚ ਵੀ ਕਰ ਸਕਦੇ ਹਾਂ, ਬਟ ਸਾਨੂੰ ਸਭ ਤੋਂ ਪਹਿਲਾਂ ਰਿਕਾਲ ਕਰਨਾ ਪੈਣਾ। ਉਹਦੇ ਲਈ ਸਾਨੂੰ ਆਹ ਬੁੱਕਸ ਜਿਹੜੀਆਂ ਨੇ ਘੱਟੋ ਘੱਟ 3-4 ਵਾਰੀ ਜਾਂ 5 ਵਾਰੀ ਪੜ੍ਹਨੀਆਂ ਹੀ ਪੈਣੀਆਂ ਨੇ। ਪਹਿਲੀ ਚੀਜ਼ ਤਾਂ ਇਹ ਤੁਹਾਨੂੰ ਸਾਰੀਆਂ ਬੁੱਕਸ ਜਿਹੜੀਆਂ ਨੇ ਜੋ ਵੀ ਮੈਂਸ਼ਨ ਕੀਤੀਆਂ ਨੇ ਸਿਲੇਬਸ 'ਚ, ਉਹ ਤੁਹਾਨੂੰ ਲੈਣੀਆਂ ਪੈਣੀਆਂ ਨੇ। ਠੀਕ ਹੈ, ਹਰ ਥਾਂ ਤੋਂ ਮਿਲ ਜਾਣਗੇ, ਕੋਈ ਦਿੱਕਤ ਨਹੀਂ ਆ। ਅੱਗੇ ਦੇਖਦੇ ਹਾਂ ਸ਼ੇਖ ਫਰੀਦ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਜੋ ਇਹਨਾਂ ਦੀ ਬਾਣੀ ਆ, ਠੀਕ ਆ, ਉਹਦੀ ਸਟੀਕ ਭਾਈ ਸਾਹਿਬ ਸਿੰਘ ਨੇ ਲਿਖੀ ਆ। ਸਟੀਕਸ ਹੋਰ ਵੀ ਆਉਂਦੀਆਂ ਨੇ, ਜਿਵੇਂ ਆਪਾਂ ਨਾ ਦੇਖੋ ਸਟੀਕ ਕਿਹਦੀ ਪੜ੍ਹਨੀ ਆ, ਜਪਜੀ ਸਾਹਿਬ, ਆਸਾ ਦੀ ਵਾਰ ਤੇ 12ਵਾਂ। ਇਹ ਸਟੀਕਸ ਹੋਰ ਵੀ ਮਤਲਬ ਲੋਕਾਂ ਨੇ ਲਿਖੀ ਆ, ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਭਾਈ ਸਾਹਿਬ ਸਿੰਘ ਜੀ ਦੀ ਸਟੀਕ। ਠੀਕ ਹੈ, ਬਹੁਤ ਸਿੰਪਲ ਲੈਂਗੁਏਜ ਆ, ਬਹੁਤ ਜ਼ਿਆਦਾ ਕਲੀਅਰ ਆ, ਤੇ ਕਿੱਥੇ ਨਾ ਕਿੱਥੇ UPSC ਦੇ ਜਿਹੜੇ ਐਗਜ਼ਾਮੀਨਰ ਨੇ ਉਹ ਕਿਤੇ ਨਾ ਇੰਨੇ ਸਟੀਕਸ ਨੂੰ ਹੀ ਧਿਆਨ 'ਚ ਰੱਖ ਕੇ ਤੁਹਾਨੂੰ ਮਾਰਕਸ ਵੀ ਦਿੰਦੇ ਨੇ, ਹੈ ਨਾ। ਤੇ ਸ਼ਲੋਕ ਫਰੀਦ ਜਿਹੜੇ ਨੇ, ਇਹ ਤੁਹਾਨੂੰ ਸ਼ੇਖ ਫਰੀਦ ਦੇ ਜਿਹੜੇ ਸ਼ਲੋਕ ਪੜ੍ਹਨੇ ਨੇ, ਇਹ ਤੁਸੀਂ ਇੱਥੋਂ ਪੜ੍ਹੋਗੇ ਭਾਈ ਸਾਹਿਬ ਸਿੰਘ ਦੀ ਸਟੀਕ 'ਚੋਂ। ਤੇ ਕਿ ਜਪਜੀ ਸਾਹਿਬ ਤੁਸੀਂ ਇਸ ਤੋਂ ਐਕਸਪਲੇਨ ਕਰੋਗੇ, ਆਸਾ ਦੀ ਵਾਰ ਪੜ੍ਹੋਗੇ, 12ਵਾਂ ਪੜ੍ਹੋਗੇ। ਹੁਣ ਤੁਹਾਨੂੰ ਮੈਂ ਦੱਸਦਾ ਇਹਨੂੰ ਤੁਸੀਂ ਕਰਨਾ ਕੀ ਆ। ਦੇਖੋ ਤੁਸੀਂ ਸਵੇਰ ਦਾ ਕੋਈ ਟਾਈਮ ਬਣਾ ਲੈਣਾ, 30 ਮਿੰਟ ਲਗਭਗ ਤੁਸੀਂ ਇਹਦਾ ਟਾਈਮ ਬਣਾ ਲੈਣਾ, ਤੇ 30 ਮਿੰਟ ਤੁਸੀਂ ਰੋਜ਼ ਕੋਈ ਨਾ ਕੋਈ ਸ਼ਲੋਕ ਪੜ੍ਹਨਾ। ਠੀਕ ਆ, 30 ਮਿੰਟਸ ਤੁਸੀਂ ਦੇ ਦਿਓ, ਸਵੇਰ ਦਾ ਅੱਧਾ ਘੰਟਾ ਤੁਸੀਂ ਦੇ ਦਿਓ। ਇਹਦੇ ਵਿੱਚ ਤੁਸੀਂ ਸ਼ੁਰੂਆਤ ਕਰੋ ਫਰੀਦ ਦੇ ਸ਼ਲੋਕਾਂ ਤੋਂ। ਠੀਕ ਹੈ, ਭਗਤ ਫਰੀਦ ਦੇ ਸ਼ਲੋਕ ਪੜ੍ਹਦੇ ਜਾਓ, ਤੁਸੀਂ ਬਸ ਉਹਨੂੰ ਪੜ੍ਹਨਾ ਤੇ ਉਹਦੀ ਐਕਸਪਲੇਨੇਸ਼ਨ ਜੋ ਦਿੱਤੀ ਹੋਈ ਹੈ ਉਹ ਦੇਖਣੀ ਆ। ਇੱਦਾਂ ਕਰਦੇ ਕਰਦੇ ਜਦੋਂ ਤੁਹਾਡਾ ਉਹ ਸ਼ਲੋਕ ਫਰੀਦ ਖਤਮ ਹੋ ਜਾਣ, ਫਿਰ ਜਪਜੀ ਸਾਹਿਬ ਤੁਸੀਂ ਤੋਂ ਚੁੱਕ ਲੈਣੀ ਆ ਸਟੀਕ, ਉਹ ਪੜ੍ਹਨਾ, ਫਿਰ ਆਸਾ ਦੀ ਵਾਰ ਚੁੱਕ ਲੈਣੀ ਆ, ਫਿਰ ਇੱਦਾਂ ਹੀ ਪੜ੍ਹੀ ਜਾਣਾ, ਫਿਰ 12ਵਾਂ ਪੜ੍ਹਨਾ। ਫਿਰ ਜਦੋਂ ਇਹ ਖਤਮ ਹੋ ਜੇ 12ਵਾਂ, ਫਿਰ ਦੁਬਾਰਾ ਸ਼ੁਰੂ ਕਰ ਲੈਣਾ ਤੁਸੀਂ ਭਗਤ ਫਰੀਦ ਦੇ ਸ਼ਲੋਕ, ਫਿਰ ਜਪਜੀ ਸਾਹਿਬ ਸ਼ੁਰੂ ਕਰ ਲੈਣਾ, ਫਿਰ ਆਸਾ ਦੀ ਵਾਰ ਸ਼ੁਰੂ ਕਰ, ਇੱਦਾਂ ਹੀ ਤੁਹਾਡਾ ਚੱਲਦਾ ਰਹਿਣਾ ਚਾਹੀਦਾ। ਇਹ 30 ਮਿੰਟਸ ਤੁਹਾਡੇ ਰੈਗੂਲਰ ਤੁਸੀਂ ਇਹਨੂੰ ਦਿੰਦੇ ਰਹੋਗੇ, ਤੁਹਾਡੇ ਇੰਨੇ ਵਧੀਆ ਪ੍ਰਪੇਅਰ ਹੋ ਜਾਣਗੇ, ਤੁਹਾਨੂੰ ਈਵਨ ਕਿੱਥੇ ਵੀ ਦਿੱਕਤ ਨਹੀਂ ਆਏਗੀ, ਬਹੁਤ ਵਧੀਆ ਤੁਹਾਨੂੰ ਯਾਦ ਹੋ ਜਾਣੇ ਆ ਸਾਰੇ ਸ਼ਲੋਕ। ਮੈਂ ਤੁਹਾਨੂੰ ਧਰਮ ਦੇ ਪੱਖੋਂ ਨਹੀਂ ਕਹਿ ਰਿਹਾ, ਕਈ ਲੋਕ ਹਿੰਦੂ ਵੀਰ ਵੀ ਹੋ ਸਕਦੇ ਨੇ, ਬੱਚੇ ਜਿਹੜੇ ਸਟੂਡੈਂਟ ਨੇ, ਧਰਮ ਪੱਖੋਂ ਮੈਂ ਤੁਹਾਨੂੰ ਇਹ ਪੜ੍ਹਨ ਲਈ ਬਿਲਕੁਲ ਨਹੀਂ ਕਹਿ ਰਿਹਾ। ਠੀਕ ਹੈ, ਮੈਂ ਤੁਹਾਨੂੰ ਸਿਰਫ ਤੁਹਾਡੇ ਲਿਟਰੇਚਰ ਲਈ ਕਹਿ ਰਿਹਾ। ਜਿਹੜੇ ਵੀਰ ਤਾਂ ਧਰਮ ਪੱਖੋਂ ਪੜ੍ਹ ਸਕਦੇ ਨੇ, ਬਹੁਤ ਚੰਗੀ ਗੱਲ ਆ, ਕਿਉਂਕਿ ਇਹਦੇ ਵਿੱਚ ਕੁਛ ਇੱਦਾਂ ਨਹੀਂ ਹੈਗਾ, ਸਾਨੂੰ ਬਾਣੀ ਨਾਲ ਜੁੜਨਾ ਹੀ ਚਾਹੀਦਾ ਹੈਗਾ। ਬਟ ਜਿਹੜੇ ਵੀਰ ਜੋ ਵੀ ਮਤਲਬ ਅਲੱਗ ਡਿਫਰੈਂਟ ਰਿਲੀਜਨ ਤੋਂ ਨੇ, ਉਹਨਾਂ ਲਈ ਸਿਰਫ ਇੰਨਾ ਜ਼ਰੂਰੀ ਆ ਕਿ ਤੁਸੀਂ ਇਹਨੂੰ ਵਾਰ-ਵਾਰ ਪੜ੍ਹ ਲਓ, ਤੁਹਾਡਾ ਜਿਹੜਾ ਪੰਜਾਬੀ ਲਿਟਰੇਚਰ ਦਾ ਸਿਲੇਬਸ ਆ ਉਹ ਵਧੀਆ ਤਰੀਕੇ ਨਾਲ ਪ੍ਰਪੇਅਰ ਹੋ ਜੇ। ਬੁੱਲੇ ਸ਼ਾਹ ਦੀਆਂ ਕਾਫੀਆਂ ਸਭ ਤੋਂ ਜ਼ਿਆਦਾ UPSC ਲਈ ਇੰਪੋਰਟੈਂਟ ਟੌਪਿਕ ਆਏ, ਕਿਉਂਕਿ ਹਰ ਵਾਰ 1 ਜਾਂ 2 ਪ੍ਰਸੰਗ ਸਹਿਤ ਵਿਆਖਿਆ ਜਿਹੜੀਆਂ ਨੇ, ਆਲੋਚਨਾਤਮਕ ਵਿਆਖਿਆ ਇਹਦੇ ਤੋਂ ਪੁੱਛੀਆਂ ਜਾਂਦੀਆਂ ਨੇ। ਇਹਨੂੰ ਤੁਸੀਂ ਪੜ੍ਹਨਾ। ਇਹਦੇ ਲਈ ਕਿਹੜੀਆਂ ਬੁੱਕਸ ਨੇ ਦੇਖੋ, ਬੁੱਲੇ ਸ਼ਾਹ ਦਾ ਕਲਾਮ ਆ ਡਾਕਟਰ ਗੁਰਦੇਵ ਸਿੰਘ, ਇਹ ਜਿਹੜੀ ਆ ਲਾਹੌਰ ਬੁੱਕ ਡਿਪੋ ਤੋਂ ਤੁਹਾਨੂੰ ਮਿਲ ਜੇਗੀ, ਲੁਧਿਆਣਾ ਤੋਂ, ਹੈ ਨਾ, ਡਾਕਟਰ ਗੁਰਦੇਵ ਸਿੰਘ ਦੀ ਬੁੱਕ ਆ। ਕਾਫੀਆਂ ਬੁੱਲੇ ਸ਼ਾਹ, ਇਹ ਬੁੱਕ ਜਿਹੜੀ ਹੈ ਨਾ TR ਸ਼ਿੰਗਾਰੀ ਦੀ ਬੁੱਕ ਜਿਹੜੀ ਆ, ਇਹ ਤੁਹਾਨੂੰ ਸਿਰਫ ਇੱਕੋ ਥਾਂ ਤੇ ਮਿਲੇਗੀ, ਰਾਧਾ ਸਵਾਮੀ ਸਤਸੰਗ ਕੇਂਦਰ ਆ ਨਾ ਜਿਹੜਾ, ਉੱਥੇ ਉਹਨਾਂ ਦੇ ਬਾਹਰ ਮਿਲ ਜੇ। ਕੋਈ ਵੀ ਕੇਂਦਰ ਹੋਵੇ ਰਾਧਾ ਸਵਾਮੀ ਦਾ, ਜਲੰਧਰ ਦੇ ਆਸ-ਪਾਸ ਵੀ ਜਿਹੜਾ ਬਿਆਸ ਦਾ ਡੇਰਾ, ਉੱਥੇ ਤੁਸੀਂ ਬਾਹਰ ਦੇਖੋਗੇ ਤੁਹਾਨੂੰ ਮਿਲ ਜੇਗੀ ਇਹ ਵਾਲੀ ਬੁੱਕ TR ਸ਼ਿੰਗਾਰੀ ਦੀ। ਇਹਦੇ ਵਿੱਚ ਪਤਾ ਕੀ ਹੈ, ਇਹਦੇ 'ਚ ਸਾਰੀਆਂ ਕੋਟੇਸ਼ਨਸ ਕਾਫੀਆਂ ਜਿਹੜੀਆਂ ਨੇ ਇਹ ਦਿੱਤੀਆਂ ਹੋਈਆਂ ਨੇ। ਇਹ ਤੁਹਾਨੂੰ ਉੱਥੋਂ ਪ੍ਰਪੇਅਰ ਹੋ ਜਾਏਗਾ ਬਹੁਤ ਵਧੀਆ ਤਰੀਕੇ ਨਾਲ ਵੀ ਇਹ TR ਸ਼ਿੰਗਾਰੀ ਦੀ ਬੁੱਕ 'ਚੋਂ। ਇਹ ਤੁਹਾਨੂੰ ਹੋਰ ਕਿੱਥੋਂ ਨਹੀਂ ਮਿਲਣੀ, ਤੁਹਾਨੂੰ ਉੱਥੇ ਜਾਣਾ ਪੈਣਾ ਜਾਂ ਤੁਹਾਨੂੰ ਆਰਡਰ ਦੇਣਾ ਪੈਣਾ, ਸ਼ਾਇਦ ਤੁਹਾਨੂੰ ਉਹ ਕਾਲ ਕਰਕੇ ਭੇਜ ਦੇਣ। ਠੀਕ ਹੈ, ਬਾਈ ਆਰਡਰ ਮਤਲਬ ਜਿਵੇਂ ਵੀ ਕੋਰੀਅਰ ਕਰਕੇ ਭੇਜ ਦੇਣ। ਖੋਜ ਪੱਤਰਿਕਾ ਜਿਹੜੀ ਹੈਗੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਇਹ ਲਗਭਗ ਪੰਜਾਬੀ ਯੂਨੀਵਰਸਿਟੀ 'ਚ ਅਵੇਲੇਬਲ ਹੁੰਦੀ ਹੈ ਜਾਂ ਨਿਊ ਬੁੱਕ ਕੰਪਨੀ 'ਤੇ ਵੀ ਤੁਹਾਨੂੰ ਮਿਲ ਜੇਗੀ। ਠੀਕ ਹੈ, ਜਲੰਧਰ ਦੇ ਵਿੱਚ। ਇਹ ਤਿੰਨੋਂ ਬੁੱਕ ਤੁਹਾਨੂੰ ਜ਼ਰੂਰ ਪੜ੍ਹਨੀਆਂ ਨੇ ਬੁੱਲੇ ਸ਼ਾਹ ਦੀਆਂ ਕਾਫੀਆਂ ਕਰਨ ਲਈ, ਕਿਉਂਕਿ ਬੁੱਲੇ ਸ਼ਾਹ ਦਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਆ UPSC ਦੇ ਵਿੱਚ।
ਅੱਗੇ ਦੇਖਦੇ ਹਾਂ ਵਾਰਿਸਾ ਦੀ ਹੀਰ ਆ, ਇਹਦੇ ਵਿੱਚ ਦੇਖੋ ਡਾਕਟਰ ਜੀਤ ਸਿੰਘ ਸ਼ੀਤਲ ਦੀ ਬੁੱਕ ਆ, ਠੀਕ ਹੈ। ਸਮੀਖਿਆ ਬਈ ਕੁਲਬੀਰ ਸਿੰਘ ਕੰਗ, ਠੀਕ ਹੈ। ਇਹ ਇਹਨਾਂ ਦੀ ਬੁੱਕ ਆ ਹੀਰ ਵਾਰਿਸ ਜਿਹੜੀ ਆ, ਇਹ ਤੁਸੀਂ ਇੱਥੋਂ ਪੜ੍ਹ ਸਕਦੇ ਹੋ। ਅਰਸ਼ੀ ਪਬਲੀਕੇਸ਼ਨ ਆ ਚਾਂਦਨੀ ਚੌਂਕ ਦੀ, ਇਹ ਬੁੱਕ ਤੁਹਾਨੂੰ ਨਿਊ ਬੁੱਕ ਕੰਪਨੀ ਜਲੰਧਰ ਤੇ ਮਿਲ ਜੇਗੀ, ਠੀਕ ਹੈ। ਇਹ ਬੁੱਕ ਤੁਹਾਡੀ ਕਾਫੀ ਇਨਫ ਆ, ਇੱਥੋਂ ਤੁਹਾਡਾ ਪ੍ਰਪੇਅਰ ਹੋ ਜਾਣਾ। ਸਾਹਿਤ ਸਮਾਚਾਰ ਆਂਦਾ, ਇਹਦੇ ਵਿੱਚੋਂ ਤੁਸੀਂ ਸੂਫੀ ਕਾਵ ਅੰਕ ਪੜ੍ਹਨਾ, ਠੀਕ ਹੈ। ਸੂਫੀ ਕਾਵ ਜਿਹੜਾ ਤੁਹਾਡਾ ਹੈਗਾ ਉਹ ਉੱਥੋਂ ਪ੍ਰਪੇਅਰ ਹੋ ਜਾਏਗਾ। ਸਾਹਿਤ ਸਮਾਚਾਰ ਇਹ ਤੁਹਾਨੂੰ ਲਾਹੌਰ ਬੁੱਕ ਡਿਪੋ ਤੋਂ ਲੁਧਿਆਣਾ ਤੋਂ ਮਿਲ ਜਾਏਗਾ, ਇਹ ਇੱਥੋਂ ਤੁਸੀਂ ਪਰਚੇਜ਼ ਕਰ ਸਕਦੇ ਹੋ। ਅੱਗੇ ਦੇਖਦੇ ਹਾਂ ਹੁਣ ਤੁਹਾਡੇ ਸੈਕਸ਼ਨ ਬੀ ਤੇ ਆ ਗਏ ਅਸੀਂ, ਪੇਪਰ 2 ਸੈਕਸ਼ਨ ਬੀ। ਸ਼ਾਹ ਮੁਹੰਮਦ ਲਈ ਤੁਸੀਂ ਜਿਹੜਾ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦਾ ਹੈਗਾ, ਵਾਰ ਸ਼ਾਹ ਮੁਹੰਮਦ, ਐਡਿਟ ਬਾਈ ਡਾਕਟਰ ਪ੍ਰੀਤਮ ਸੈਣੀ ਜਿਹੜੀ ਹੈਗੀ ਹੈ ਨਾ, ਇਹ ਬੁੱਕ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹ ਵੀ ਮੈਨੂੰ ਲੱਗਦਾ ਪਿੰਕ ਕਲਰ ਦਾ ਇਹਦਾ ਜਿਹੜਾ ਹੈਗਾ ਬਾਹਰ ਦਾ ਉਹ ਹੈਗਾ ਫਰੰਟ ਹੈਗਾ ਪੇਜ ਹੈਗਾ। ਡਾਕਟਰ ਪ੍ਰੀਤਮ ਸੈਣੀ ਦੀ ਬੁੱਕ ਪੜ੍ਹਨੀ ਹੈ ਤੁਸੀਂ, ਜੰਗਨਾਮਾ ਸਿੰਘਾਂ ਤੇ ਫਿਰੰਗੀਆਂ। ਇਹਦੇ ਵਿੱਚ ਇੱਕ ਤਾਂ ਐਕਸਪਲੇਨੇਸ਼ਨ ਦਿੱਤੀ ਹੋਈ ਆ ਸਾਰਿਆਂ ਦੀ, ਮਤਲਬ ਜਿੰਨੇ ਵੀ ਕੋਟੇਸ਼ਨ ਨੇ ਮੈਕਸਿਮਮ ਐਕਸਪਲੇਨੇਸ਼ਨ ਹੈਗੀ ਆ ਇਹਨਾਂ ਦੇ ਸਾਰੇ ਜੰਗਨਾਮੇ ਦੀ। ਦੂਸਰਾ ਲਾਸਟ ਦੇ ਵਿੱਚ ਜਿੰਨੇ ਕੁਐਸਚਨ ਜੰਗਨਾਮੇ ਤੋਂ ਬਣ ਸਕਦੇ ਨੇ, ਜਿਵੇਂ ਕਈ ਵਾਰੀ ਪ੍ਰਸ਼ਨ UPSC ਸ਼ੁਰੂ ਐਵੇਂ ਕਰਦਾ, ਵਾਰ ਤੇ ਜੰਗਨਾਮੇ ਦੇ ਵਿੱਚ ਕੀ ਡਿਫਰੈਂਸ ਆ, ਠੀਕ ਹੈ। ਵਾਰ ਤੇ ਜੰਗਨਾਮੇ ਦੇ ਵਿੱਚ ਕੀ ਡਿਫਰੈਂਸ ਆ, ਇਹ ਜਿਹੜਾ ਕੁਐਸਚਨ ਆ ਇਹ ਤੁਹਾਨੂੰ ਲਗਭਗ ਐਂਡ 'ਚ ਇਹਨਾਂ ਨੇ ਡਿਫਰੈਂਸ ਦਿੱਤਾ ਹੋਇਆ ਤੇ ਵਾਰ ਤੇ ਜੰਗਨਾਮੇ 'ਚ ਕੀ ਆ। ਸ਼ੁਰੂਆਤ ਇੱਥੋਂ ਕਰਦਾ, ਫਿਰ ਬਾਅਦ 'ਚ ਉਹ ਪੁੱਛਦੇ ਨੇ ਵੀ ਸ਼ਾਹ ਮੁਹੰਮਦ ਦਾ ਜੰਗਨਾਮਾ ਕਿੱਦਾਂ ਦਾ, ਉਹਦੇ ਤੇ ਕੋਈ ਲੇਖ ਲਿਖੋ ਜਾਂ ਜਿਵੇਂ ਵੀ ਕੁਐਸਚਨ ਕਿਸ ਤਰ੍ਹਾਂ ਦਾ ਰਚਨਾ ਹੈਗੀ ਆ, ਤੁਸੀਂ ਤੁਹਾਡੇ ਵਿਚਾਰ ਪੁੱਛੇ ਜਾਂਦੇ ਨੇ ਉਸ ਬਾਰੇ, ਬਟ ਸ਼ੁਰੂਆਤ ਇੱਦਾਂ ਕੀਤੀ ਜਾਂਦੀ ਆ। ਇਹ ਦੋਨੋਂ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਇਸ ਬੁੱਕ 'ਚੋਂ ਮਿਲ ਜਾਣੇ ਆ, ਠੀਕ ਹੈ। ਤਾਂ ਨੀਰਾਮ ਚਾਤਰਿਕ ਲਈ ਦੇਖੋ ਮੈਂ ਤੁਹਾਨੂੰ ਦੱਸਾਂ ਨਾ, ਇਹਨਾਂ ਦੀ 3 ਬੁੱਕਸ ਨੇ ਹੈ ਨਾ, ਉਹ ਤਿੰਨੋਂ ਬੁੱਕਸ ਲਈ ਸਿਰਫ ਪੋਇਟਰੀ ਦਿੱਤੀ ਹੋਈ ਹੈ ਉਹਦੇ 'ਚ, ਉਹ ਤੁਸੀਂ ਇੰਨੀ ਪੋਇਟਰੀ ਯਾਦ ਨਹੀਂ ਕਰ ਸਕਦੇ। ਥੋੜਾ ਜਿਹਾ ਤੁਹਾਨੂੰ ਐਕਸਪਲੇਨ ਇਹਦੇ ਵੀ ਮੈਂ ਨੋਟਸ ਬਣਾਏ ਸੀਗੇ ਖੋਜ ਪੱਤਰਿਕਾ 'ਚੋਂ ਤੇ ਲਾਇਬ੍ਰੇਰੀ ਤੋਂ, ਤੁਸੀਂ ਥੋੜਾ ਜਿਹਾ ਨਾ ਇੰਨਾ ਪ੍ਰਪੇਅਰ ਕਰ ਲਓ ਕਿ ਧਨੀ ਰਾਮ ਦੀ ਇੰਟਰੋਡਕਸ਼ਨ ਪ੍ਰਪੇਅਰ ਹੋ ਜੇ, ਠੀਕ ਹੈ, ਤੇ ਇਹਦਾ ਕਨਕਲੂਜਨ ਪ੍ਰਪੇਅਰ ਹੋ ਜਾਏ ਇਸ ਟੌਪਿਕ ਦਾ। ਇੰਨਾ ਪ੍ਰਪੇਅਰ ਕਰਨ ਤੋਂ ਬਾਅਦ ਨਾ, ਕਨਕਲੂਜਨ ਤੇ ਇੰਟਰੋਡਕਸ਼ਨ ਪ੍ਰਪੇਅਰ ਕਰਨ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਫਿਰ ਅਗਰ ਕੁਐਸਚਨ ਆਂਦਾ, ਜਿਵੇਂ ਕੁਐਸਚਨ ਤਾਂ ਦੇਖੋ ਧਨੀ ਰਾਮ ਚਾਤਰਿਕ ਤੇ ਆਉਣਾ ਹੀ ਆਉਣਾ, ਠੀਕ ਹੈ, ਕੋਈ ਤੁਸੀਂ ਇਹਨੂੰ ਉਹ ਨਹੀਂ ਕਰ ਸਕਦੇ, ਬਟ ਉਹਨਾਂ ਦੀਆਂ ਤਿੰਨੋਂ ਕਿਤਾਬਾਂ ਦੀ ਪੋਇਟਰੀ ਯਾਦ ਕਰਨੀ ਵੈਰੀ ਡਿਫਰੈਂਟ, ਮਤਲਬ ਬਹੁਤ ਡਿਫਿਕਲਟ ਟਾਸਕ ਆ ਤੁਹਾਡੇ ਲਈ ਆਪਣੇ ਲਈ ਕਰਨ ਲਈ। ਇਸ ਕਰਕੇ ਉਹਨੂੰ ਥੋੜਾ ਜਿਹਾ ਸਾਨੂੰ ਇੰਨਾ ਅਸੀਂ ਟਾਈਮ ਨਹੀਂ ਦੇ ਸਕਦੇ, ਥੋੜਾ ਉਹਨਾਂ ਲਈ ਇੰਟਰੋਡਕਸ਼ਨ ਤੇ ਕਨਕਲੂਜਨ ਪ੍ਰਪੇਅਰ ਕਰਕੇ ਚੱਲੀਏ, ਜੇ ਕੁਐਸਚਨ ਆਂਦਾ ਤਾਂ ਅਸੀਂ ਹੈਂਡਲ, ਕਿਉਂਕਿ ਦੇਖੋ ਬੇਸਿਕਲੀ ਨਾ ਉਹਨੂੰ ਸੱਭਿਆਚਾਰ ਦਾ ਕਵੀ ਕਹਿੰਦੇ ਨੇ, ਠੀਕ ਹੈ। ਹੁਣ ਸੱਭਿਆਚਾਰ ਦੇ ਉਹਨਾਂ ਦੇ ਕਈ ਮਤਲਬ ਤਿੰਨੋਂ ਕਿਤਾਬਾਂ ਦੇ ਵਿੱਚ ਸੱਭਿਆਚਾਰ ਝਲਕਦਾ। ਪੰਜਾਬੀ ਸੱਭਿਆਚਾਰ ਨੂੰ ਲੈ ਕੇ ਜਿਹੜਾ ਪਿਆਰ ਧਨੀ ਰਾਮ ਚਾਤਰਿਕ ਨੇ ਕੀਤਾ, ਉਹ ਮੈਨੂੰ ਲੱਗਦਾ ਕਿਸੇ ਹੋਰ ਆਥਰ 'ਚ ਨਹੀਂ ਮਿਲਦਾ। UPSC ਪ੍ਰਸ਼ਨ ਵੀ ਇਹੋ ਪੁੱਛਦਾ ਹੁੰਦਾ, ਠੀਕ ਹੈ। ਥੋੜਾ ਜਿਹਾ ਇਸ ਡਾਇਰੈਕਸ਼ਨ ਨੂੰ ਲੈ ਕੇ, ਇਸ ਐਂਗਲ ਨੂੰ ਲੈ ਕੇ ਤੁਸੀਂ ਪ੍ਰਪੇਅਰ ਕਰ ਲੈਣਾ। ਨਾਨਕ ਸਿੰਘ ਲਈ ਕੀ ਆ, ਦੇਖੋ ਸਾਹਿਤ ਸਮਾਚਾਰ ਆ, ਨਾਨਕ ਸਿੰਘ ਦਾ ਅੰਕ ਆਉਂਦਾ ਹੈਗਾ, ਠੀਕ ਹੈ, ਲਾਹੌਰ ਬੁੱਕ ਡਿਪੋ ਤੇ ਤੁਹਾਨੂੰ ਮਿਲ ਜਾਏਗਾ। ਇਹ ਤਾਂ ਕੰਪਲੀਟ ਇੱਥੋਂ ਪ੍ਰਪੇਅਰ ਹੋ ਜਾਏਗਾ ਨਾਨਕ ਸਿੰਘ ਦਾ ਅੰਕ, ਠੀਕ ਹੈ, ਬਹੁਤ ਵਧੀਆ ਹੈਗਾ ਸਾਹਿਤ ਸਮਾਚਾਰ। ਇਹ ਮੇਰੇ ਕੋਲ ਅਵੇਲੇਬਲ ਵੀ ਹੈਗਾ, ਬਟ ਤੁਸੀਂ ਉੱਥੋਂ ਲੈ ਸਕਦੇ ਹੋ, ਠੀਕ ਹੈ। ਖੋਜ ਪੱਤਰਿਕਾ ਨਾਨਕ ਸਿੰਘ ਅੰਕ ਹੈਗੀ ਆ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲੀਕੇਸ਼ਨ ਹੈਗੀ ਆ, ਤੁਸੀਂ ਇਹ ਵੀ ਪਰਚੇਜ਼ ਕਰ ਸਕਦੇ ਹੋ, ਵੀ ਕਾਫੀ ਅੱਛਾ ਹੈਗਾ। ਇੱਥੋਂ ਵੀ ਤੁਹਾਡਾ ਕੁਝ ਟੌਪਿਕਸ ਇੱਥੋਂ ਵੀ ਪ੍ਰਪੇਅਰ ਹੋ ਜਾਣਗੇ, ਠੀਕ ਹੈ। ਗੁਰਬਖਸ਼ ਸਿੰਘ ਲਈ ਮੈਂ 3 ਬੁੱਕਸ ਪੜ੍ਹੀਆਂ ਨੇ, ਤੁਹਾਨੂੰ ਮੈਂ ਦੱਸ ਦਿੰਦਾ ਕਿਹੜੀਆਂ ਕਿਹੜੀਆਂ ਨੇ, ਠੀਕ ਹੈ। ਜਿਹੜੀਆਂ ਐਸੇ ਦੀਆਂ ਬੁੱਕਸ ਨੇ ਉਹਨਾਂ ਦੀਆਂ ਹੈ ਨਾ, ਉਹ ਕੰਪਲੀਟ ਟੈਕਸਟ ਜਿਹੜਾ ਹੈਗਾ ਉਹ ਤੁਹਾਨੂੰ ਪੜ੍ਹਨਾ ਹੈਗਾ। ਤੇ ਇਹਦੇ ਲਈ ਕੀ ਕਰਨਾ, ਦੇਖੋ ਮੈਂ ਤੁਹਾਨੂੰ ਪਹਿਲਾਂ ਫਿਰ ਦੱਸ ਦਿੰਦਾ, ਘੱਟੋ ਘੱਟ 4 ਤੋਂ 5 ਵਾਰੀ ਪੜ੍ਹਨਾ ਟੈਕਸਟ ਨੂੰ। ਜਿਹੜੀਆਂ ਉਹਨਾਂ ਦੀਆਂ ਟੈਕਸਟ ਬੁੱਕਸ ਨੇ ਨਾ, ਤਿੰਨੋਂ ਦਿੱਤੀਆਂ ਹੋਈਆਂ ਨੇ ਨਾ ਉਹਦੇ 'ਚ, ਤੇ ਉਹ ਤਿੰਨੋਂ ਜਿਹੜੀਆਂ ਬੁੱਕਸ ਨੇ ਉਹ ਤੁਹਾਨੂੰ 4-5 ਵਾਰੀ ਪੜ੍ਹਨੀਆਂ ਨੇ। ਉਹਦੇ ਵਿੱਚੋਂ ਵੀ ਕੋਟੇਸ਼ਨ ਪੁੱਛੀਆਂ ਜਾਣਗੀਆਂ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਕਹਿਣਾ ਨਾ, ਗੱਦ ਦਾ ਪੈਰਾ ਦੇ ਦੇਣਾ, ਉਹਨਾਂ ਨੇ ਪੈਰਾ ਦੇ ਦੇਣਾ, ਤੇ ਉਹ ਤੁਹਾਨੂੰ ਕਹਿਣਾ ਵੀ ਦੱਸੋ ਇਹਦੇ ਬਾਰੇ ਆਲੋਚਨਾਤਮਕ ਵਿਆਖਿਆ ਕਰੋ ਇਹਦੀ, ਹੈ ਨਾ। ਤੁਸੀਂ ਫਿਰ ਕਿਵੇਂ ਕਰੋਗੇ, ਜਦੋਂ ਤੁਸੀਂ ਉਹ ਟੈਕਸਟ ਬੁੱਕਸ ਪੜ੍ਹੀਆਂ ਹੋਣੀਆਂ, ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹੋ, ਅੱਧਾ ਤਾਂ ਤੁਹਾਨੂੰ ਉੱਥੋਂ ਪਤਾ ਲੱਗ ਜੂਗਾ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਇੱਕ ਬੁੱਕ ਆ ਵੀ ਇਹ ਤਿੰਨੋਂ ਉੱਥੋਂ ਪੜ੍ਹਨ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਹਰ ਬੁੱਕ ਦੇ ਵਿੱਚ ਨਾ, ਜਿਵੇਂ ਸ਼ੁਰੂਆਤ ਦੇ ਵਿੱਚ ਤੇ ਐਂਡ ਦੇ ਵਿੱਚ ਨਾ, ਉਹਨਾਂ ਤਿੰਨੋਂ ਬੁੱਕਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਬਾਰੇ ਦੱਸਿਆ ਹੋਇਆ, ਇੰਟਰੋਡਕਸ਼ਨ ਦਿੱਤੀ ਹੋਈ ਆ ਵੀ ਥੋੜਾ ਜਿਹਾ ਗੁਰਬਖਸ਼ ਸਿੰਘ ਦੇ ਬਾਰੇ, ਪ੍ਰੀਤ ਲੜੀ ਬਾਰੇ ਥੋੜਾ ਜਿਹਾ ਐਕਸਪਲੇਨ ਕੀਤਾ ਹੋਇਆ, ਤੁਸੀਂ ਉੱਥੋਂ ਹੀ ਨੋਟਸ ਬਣਾ ਸਕਦੇ ਹੋ। ਬੇਸਿਕਲੀ ਇਹਦੇ ਲਈ ਜ਼ਰੂਰਤ ਇਹ ਆ, ਕਿਉਂਕਿ ਦੇਖੋ ਮੈਂ ਇਹਦਾ ਇੰਟਰੋਡਕਸ਼ਨ ਵਗੈਰਾ ਪ੍ਰਪੇਅਰ ਕੀਤਾ ਸੀਗਾ, PhD ਦੀਆਂ ਕੁਝ ਫਾਈਲਸ ਵਗੈਰਾ ਮੈਂ ਚੱਕੀਆਂ ਸੀਗੀਆਂ, ਬਟ ਤੁਹਾਨੂੰ ਉਹਨਾਂ ਵਰਕ ਕਰਨ ਦੀ ਲੋੜ ਨਹੀਂ ਹੈਗੀ। ਜੇਕਰ ਤੁਸੀਂ ਮਤਲਬ ਇਸ ਵਾਰੀ ਐਗਜ਼ਾਮ ਦੇਣਾ, ਤੁਸੀਂ ਇਹ ਤੋਂ ਸਿਰਫ ਆ 3 ਬੁੱਕਸ ਪੜ੍ਹ ਲਓ, ਉਹਦਾ ਸ਼ੁਰੂਆਤ ਤੇ ਐਂਡਿੰਗ ਦੇ ਵਿੱਚ ਥੋੜੇ 3-3 4-4 ਪੇਜ ਦਿੱਤੇ ਹੁੰਦੇ ਨੇ, ਉਹਦੇ ਬਾਰੇ ਤੁਹਾਨੂੰ ਕਾਫੀ ਗੁਰਬਖਸ਼ ਸਿੰਘ ਪ੍ਰੀਤ ਲੜੀ ਬਾਰੇ ਪਤਾ ਲੱਗ ਜੂ, ਠੀਕ ਹੈ। ਤੇ ਬਲਰਾਜ ਸਾਹਨੀ, ਫਿਰ ਇਹਨਾਂ ਦੇ 2 ਜਿਹੜੇ ਨੇ ਰੂਸੀ ਸਫਰਨਾਮਾ, ਪਾਕਿਸਤਾਨੀ ਸਫਰਨਾਮਾ, ਇਹ ਤੁਹਾਨੂੰ ਪੜ੍ਹਨਾ, ਠੀਕ ਹੈ। ਇਹ ਦੋਨੋਂ ਟੈਕਸਟ ਬੁੱਕਸ ਨੇ, ਤੁਹਾਨੂੰ ਵਾਰ-ਵਾਰ 3-4 ਵਾਰੀ ਇਹ ਵੀ ਪੜ੍ਹਨੀਆਂ ਪੈਣੀਆਂ ਨੇ, ਠੀਕ ਹੈ। ਦੂਸਰਾ ਇਹ ਹੈਗਾ ਵੀ ਬਲਰਾਜ ਸਾਹਨੀ ਲਈ ਜੀਵਨ ਤੇ ਰਚਨਾ, ਅੰਮ੍ਰਿਤ ਲਾਲ ਪਾਲ, ਠੀਕ ਹੈ, ਇਹ ਸੰਗਮ ਪਬਲੀਕੇਸ਼ਨ ਦੀ ਬੁੱਕ ਆ। ਇਹ ਤੁਹਾਨੂੰ ਪੰਜਾਬੀ ਭਵਨ ਲਾਇਬ੍ਰੇਰੀ ਜਿਹੜੀ ਹੈਗੀ ਆ ਉਹਦੇ ਬਾਹਰ ਇੱਕ ਬੁੱਕ ਆ, ਉਹ ਸ਼ਾਪ ਆ, ਉੱਥੋਂ ਤੁਹਾਨੂੰ ਮਿਲ ਜਾਏਗੀ, ਠੀਕ ਹੈ। ਇਹ ਤੁਸੀਂ ਪਰਚੇਜ਼ ਕਰ ਸਕਦੇ ਹੋ।
ਤੇ ਆ ਬਲਵੰਤ ਗਾਰਗੀ ਜਿਹੜਾ ਹੈਗਾ ਤੁਹਾਨੂੰ ਪਤਾ ਗਰਗੀ ਦੀ ਇਹਦੇ ਨਾਟਕ ਨੇ है ना, सुल्तान रजिया, ये नाटक तीनों बुक्स तुहानूं पढ़नियां ने। सुल्तान रजिया हैगा, लोहा कुट्टा है ना, धूनी दी अग, तीन नाटक ने, तीनों नाटक तुहानूं पढ़ने ने, उहदे विच्चों भी तुहानूं गद दे पैरे पुछे जाणगे। ठीक है, इहदे लई एक्सट्रा तुसीं ये पढ़ोगे एक सुल्तान रजिया दा जिहड़ा एक मुलांकन है डॉक्टर प्रीतम सैनी, बलवंत गार्गी की नाटकला डॉक्टर प्रीतम सैनी, ये दोनों बुक्स तुसी एक्सट्रा पढ़ सकते हो, तुहानूं हेल्प मिलेगी इहदे। ठीक है, ये भी सन सिंह सेखो जिहड़ा लास्ट क्रिटिसिज्म जिहड़ा ये फिर भी ये भी नोट्स मैं लाइब्रेरी चों बनाए सीगे, तुसीं तुहानूं थोड़ा जिहा कई बुक्स तो थोड़ा जिहा वर्क करना पैना, उत्थों तुहानूं तुसीं नोट्स बना सकते हो। ये सैक्शन बी कंप्लीट हो गया। हुण असीं ये देखदे हां भी एक्सट्रा की करना सानूं। इन्हां बुक्स दे नाल कुछ होर बुक्स मैं पढ़ियां सीगियां, वो मैं तुहानूं इत्थे दस दिंदा, वो बुक्स भी तुसीं पढ़ सकते हो, काफ़ी हेल्प करेगी। देखो, मध्यकाल की चोणवी कविता प्रीतम सिंह की बुक है। ठीक है, ये पंजाब यूनिवर्सिटी चंडीगढ़ तुहानूं अवेलेबल मिल जाएगी, उत्थों तुसीं परचेज बाहरों भी शॉप्स तो मिल जाएगी, ये परचेज कर सकते हो। ठीक है, सुर संवेदना डॉक्टर सतिंदर सिंह की बुक आ, ये तुसीं पंजाब यूनिवर्सिटी चंडीगढ़ च ही मैं यूनिवर्सिटी चों ही कीती सीगी, तुसीं भी उत्थों लैके पढ़ भी सकते हो, नोट्स बना सकते हो। पंजाबी भाषा दियां नवीनतम परिवर्तियां ते समस्यावां, ठीक है, पंजाबी भाषा दियां नवीनतम परिवर्तियां जिहड़ियां ने ते समस्यावां, डॉक्टर प्रेम प्रकाश सिंह की बुक है, ये पंजाबी भवन जिहड़ा लाइब्रेरी है लुधियाना उत्थों तुहानूं मिल जाएगी। ठीक है, पढ़ लेना, बहुत वधिया बुक है, काफ़ी इंपॉर्टेंट अच्छी बुक है, ये पढ़ लेना तुसीं। खोज पत्रिका आधुनिक काव्य अंक, ये तो पढ़ना ही पढ़ना, इनू तो तुसीं छड्ड ही नहीं सकते। जिहड़ा मैं तुहानूं कह रहा ना भाई वीर सिंह वगैरह प्रिपेयर करना, ये काफ़ी हेल्प कर देगा तुहानूं। सारे ही लगभग ऑथर ये प्रिपेयर हो जाने, भाई वीर सिंह प्रिपेयर हो जाना, प्रोफैसर पूरन सिंह तुसीं वधिया तरीके नाल प्रिपेयर कर लोगे, है ना, मोहन सिंह, प्रोफैसर मोहन सिंह, अमृता प्रीतम, तो ये तुहानूं उत्थों काफ़ी वधिया तरीके नाल तुहाडा प्रिपेयर हो जाएगा। ये तुहानूं न्यू बुक कंपनी जलंधर तो मिल जाएगी ये बुक। ठीक है, पंजाबी साहित्य का इतिहास जिहड़ा 3 भाषावां दे, देखो तुसीं हुण ना इहदे च 3 बुक पार्ट्स आंदे ने। मैं इहदे च देखो एक तो डॉक्टर जीत सिंह शीतल की बुक पढ़ी सी, तुहानूं मैं शुरुआत च दसी, है ना, काफ़ी वो भी लेंदी बुक हैगी आ डॉक्टर जीत सिंह शीतल। वो एक पार्ट दे विच ही आ, पार्ट इक्को पार्ट आ उहदा, वो तुसीं पढ़ सकते हो। दूसरा जिहड़ा पंजाबी साहित्य का इतिहास, ये 3 पार्ट आंदे ने। ठीक है, ये पंजाबी यूनिवर्सिटी पटियाला की पब्लिकेशन हैगी आ, पार्ट 1, पार्ट 2, पार्ट 3। ठीक है, अच्छा पब्लिकेशन, हाँ थोड़ी लेंदी बुक्स ने, बट नाल नाल तुसीं कोशिश कर सकते हो टॉपिक वाइज कंप्लीट कर लो ये तो। ठीक है, टॉपिक वाइज तुहानूं, क्योंकि देखो अगर तुसी स्कोर अच्छा करना ना 300 प्लस तुहानूं वर्क तो करना पैना। ठीक है, 300 प्लस जेकर तुसी स्कोर करना चाहते हो पंजाबी च, तो तुहानूं बहुत वधिया तैयारी करनी पैनी आ। बुक्स तुहानूं मैं कंप्लीट दसदियां ने, तुसी इन्हां बुक्स नूं फॉलो कर लो। आपां अगले पेज ते हुण स्ट्रैटेजी देखण जा रहे हैं। जे भी किसी बच्चे नूं बुक्स नूं लैके कोई इशू होवे, कमेंट के थ्रू तुसी पुछ लेना, मैं एक्सप्लेन कर दांगा तुहानूं। जे कित्थों दिक्कत आ रही होवे लैण च, मैं तुहानूं दस दांगा। ठीक है, ये बुक्स का साडा कंप्लीट हो गया। इत्थों बुक लिस्ट किहड़ी पढ़नी है, मैं तुहानूं एक्सट्रा बुक्स भी दसदियां ने, जे तुसी एक्सट्रा पढ़नियां ने किहड़ियां-किहड़ियां बुक पढ़नियां ने, मतलब इहदे च मैनूं लगदा कुछ भी एक्सट्रा नहीं हैगा, ये तुहानूं पढ़ना ही पैना है, इन्ना तां करना ही पैना, ਤਾਂ ਤੁਹਾਡੇ ਮਾਰਕਸ ਜਿਹੜੇ ਨੇ 280 ਪਲੱਸ ਆਉਣ ਦੀ ਪੋਸੀਬਿਲਿਟੀ ਆ। ਹੁਣ 270 260 ਤੱਕ ਤਾਂ ਤੁਸੀਂ ਸ਼ਾਇਦ ਪਹੁੰਚ ਜਾਓ। ਠੀਕ ਹੈ, ਬਟ ਹੁਣ ਸਾਨੂੰ ਜਾਣਾ ਕਿੱਥੋਂ ਤੱਕ ਆ, ਘੱਟੋ ਘੱਟ 320 ਜਾਂ ਪਲੱਸ 330, ਅਸੀਂ ਟਾਰਗੇਟ ਇੰਨੇ ਦਾ ਲਵਾਂਗੇ ਤਾਂ ਜਾ ਕੇ ਸਾਨੂੰ 310 ਜਾਂ 15 ਨੰਬਰ ਆਣਗੇ। ਹੁਣ ਇਹਦੇ ਲਈ ਸਾਡੀ ਕੀ ਸਟ੍ਰੈਟੇਜੀ ਹੋਣੀ ਚਾਹੀਦੀ ਆ, ਮੈਂ ਤੁਹਾਨੂੰ ਦੱਸ ਦੇਣਾ, ਕੁਝ ਪੁਆਇੰਟਸ ਤੁਹਾਨੂੰ ਦੱਸ ਦੇਣਾ, ਉੱਥੇ ਤੁਸੀਂ ਉਹਦੇ ਤੇ ਤੁਹਾਨੂੰ ਵਰਕ ਕਰਨਾ ਪੈਣਾ। ਕੀ ਪੁਆਇੰਟਸ ਨੇ ਦੇਖੋ, ਸਮਝੋ ਇੱਥੋਂ ਧਿਆਨ ਨਾਲ। ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਕਿਹਾ ਨਾ, ਜਿਹੜੇ ਬੱਚਿਆਂ ਨੇ ਸਿਲੇਬਸ ਨਹੀਂ ਪੜ੍ਹਿਆ, ਸਿਲੇਬਸ ਨੂੰ ਕਈ ਵਾਰੀ ਪੜ੍ਹੋ, है ना, कई बार रिवाइज करो। वीडियो जी मैं बनाई है उन्होंने तुसी देख लो, काफ़ी एक्सप्लेन करता मैं उसका मीनिंग वगैरह उतों तुसी देख सकते हो। ठीक है, कुछ रैंडम टॉपिक्स दी वीडियोज़ मैं पा दाँगा, जे किसी बच्चे को कोई इशू होएगा तो मैं पंजाबी लिटरेचर के कुछ टॉपिक्स पा दाँगा। बाकी तो कोर्स के देखो एक्सप्लेन होएगा सब कुछ चलना। कोर्स हुण पंजाबी लिटरेचर की क्लास शुरू होने वाली है। जिहड़े बच्चों को लग रहा हो भी दिक्कत आ इदा बुक्स तो प्रिपेयर करने च थोड़ा इशू होवे, वो पंजाबी लिटरेचर की क्लास ज्वाइन कर सकते हैं। उहदे विच असीं कंप्लीट प्रिपरेशन करांगे जिहदे विच तुहाडा कुछ भी बचेगा नहीं। ठीक है, दूसरी गल ये हैगी आ, हुण स्ट्रैटेजी के की पॉइंट ने, ये असीं ध्यान नाल सुणदे हां। देखो, सब तो पहलां तुहानूं सिलेबस जिहड़ा हैगा उहनूं बहुत वार पढ़ना, मेरियां गल्लां नूं ध्यान दे देना। जे तां दे दोगे ध्यान तां तुहाडे मार्क्स आने हैं, जे नहीं दोगे इनू ईजी लै लोगे फिर मार्क्स तुहाडे आण ना आण, फिर उहदे लई तुहाडे तुसीं आप जिम्मेदार होवोगे। ठीक है, सिलेबस नूं घट्टो घट्ट तुसीं दिन दे विच एक वारी या 2 वारी रोज़ पढ़ना, सिलेबस पढ़ना सिर्फ। कोई भी टाइम ले लो, हौली हौली एक बारी हो सकता तुहानूं 30 मिनट लगन, फिर हो सकता अगली बारी 15 मिनट ही लगन, हो सकता फिर 5 मिनट तुसीं डेली पढ़न लग जाओ। 5 मिनट तो दे सकते हैं ना, असीं रोटी खा रहे हैं, सिलेबस नूं उपर अगे पिछे प्रिंट कढ़ा के उन्होंने वेखिए। सब तो पहली स्ट्रैटेजी का पॉइंट है सिलेबस। दूसरी स्ट्रैटेजी का पॉइंट हुंदा सिलेबस पढ़न तो बाद तुहानूं मैं तुहानूं दसदा ना, बुक लिस्ट दे विच तुसीं कंप्लीट बुक लिस्ट तुहाडे कोल होनी चाहिदी है।
ਕੋਈ ਵੀ ਬੁੱਕ ਦੇ ਨਾਲ ਤੁਸੀਂ ਸਮਝੌਤਾ ਨਹੀਂ ਕਰੋਗੇ। ਬੁੱਕ ਲਿਸਟ ਤੁਹਾਡੇ ਕੋਲ ਕੰਪਲੀਟ ਪ੍ਰਪੇਅਰ ਹੋਵੇ, ਹਰ ਜਿਹੜੀ ਬੁੱਕ ਦੱਸੀ ਹੈ ਨਾ ਇਹ ਸਾਰੀ ਪਰਚੇਜ਼ ਕਰ ਲੈਣਾ, ਇਹ ਨਾਲ ਕੋਈ ਕੰਪਰੋਮਾਈਜ਼ ਨਾ ਕਰਨਾ। ਤੀਸਰਾ ਪੁਆਇੰਟ ਤੁਹਾਡਾ ਕੀ ਆ, ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਉਹ ਹੈਗਾ UPSC ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ। ਠੀਕ ਹੈ, ਜਿਹੜੇ ਬੱਚੇ ਮੈਨੂੰ ਪਤਾ ਨਾ ਜਿਹੜੇ ਜ਼ਿਆਦਾ ਓਵਰ ਸਮਾਰਟ ਬਣਦੇ ਨੇ ਉਹ ਇਸ ਚੀਜ਼ ਨੂੰ ਇਗਨੋਰ ਕਰਦੇ ਨੇ। ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨੂੰ ਇਗਨੋਰ ਨਾ ਕਰਨਾ। ਘੱਟੋ ਘੱਟ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਵੀ 17 to 18 ਈਅਰਸ। ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਦੱਸਾਂ ਵੀ ਮੈਂ ਲਗਾਤਾਰ ਐਗਜ਼ਾਮ ਦਿੱਤਾ ਹੈਗਾ 2015 ਚੋਂ ਲਗਭਗ 5 ਅਟੈਂਪਟ ਦਿੱਤੇ, ਤੇ ਮੈਂ ਤੁਹਾਨੂੰ ਦੱਸਾਂ ਵੀ ਮੈਂ 1998 ਤੋਂ ਲੈ ਕੇ ਪੇਪਰ ਪੜ੍ਹੇ ਸੀਗੇ। 1998 ਤੋਂ ਲੈ ਕੇ ਲਗਭਗ ਹੁਣ ਜਿੰਨੇ ਸਾਲ, ਜਦੋਂ ਮੈਂ 17 ਦਿੱਤਾ ਤਾਂ 2016 ਤੱਕ, ਫਿਰ ਉਸ ਤੋਂ ਬਾਅਦ 17 ਨਾਲ ਦਿੱਤਾ ਤਾਂ ਫਿਰ ਉਹਦੇ 'ਚ ਮੈਂ ਲਗਾਤਾਰ ਇੱਦਾਂ ਹੀ ਪੜ੍ਹਦਾ ਰਿਹਾ ਵਾਂ। ਹੁਣ ਵੀ ਮੈਂ ਹਰ ਪੇਪਰ, ਸਾਲ ਦਾ ਪੇਪਰ ਹੋਣ ਤੱਕ ਵੀ ਮੈਂ ਐਨਾਲਿਸਿਸ ਕਰਦਾ ਅਤੇ ਮੈਂ ਆਪਣੇ ਐਡ ਔਨ ਕਰਦਾ ਰਹਿਣਾ ਸਾਰੇ ਸਾਲਾਂ ਦੇ ਪੇਪਰ। ਠੀਕ ਹੈ, ਅਤੇ ਤੁਸੀਂ ਦੇਖੋਗੇ ਕਿ ਘੱਟੋ ਘੱਟ ਤੁਹਾਨੂੰ ਮੈਂ ਕਹੂੰਗਾ ਵੀ 2000 ਤੋਂ ਲੈ ਕੇ 2022 ਤੱਕ ਤੁਸੀਂ ਸਾਰੇ ਪੇਪਰ ਦੇਖੋ। ਹੁਣ ਤੁਹਾਨੂੰ ਕਈ ਲੋਕਾਂ ਦਾ ਕੁਐਸਚਨ ਇਹ ਹੋਏਗਾ ਕਿ ਸਰ ਪਹਿਲਾਂ ਤਾਂ ਪੈਟਰਨ ਡਿਫਰੈਂਸ ਸੀ, 60 ਨੰਬਰ ਦਾ ਕੁਐਸਚਨ, ਤੁਹਾਨੂੰ ਕੀ ਲੈਣਾ ਪੈਟਰਨ ਤੋਂ? ਕੁਐਸਚਨ ਦੇਖੋ ਨਾ ਕੀ ਪੁੱਛਿਆ ਵਾ, ਕੁਐਸਚਨ ਕਿੱਦਾਂ ਪ੍ਰਪੇਅਰ ਕੀਤਾ ਗਿਆ। ਅਗਰ ਪੰਜਾਬੀਅਤ ਦਾ ਕਵੀ ਉਦੋਂ ਵੀ ਪੁੱਛਿਆ ਗਿਆ ਪ੍ਰੋਫੈਸਰ ਪੂਰਨ ਸਿੰਘ ਦੇ, ਇਹਦਾ ਮਤਲਬ ਕੁਐਸਚਨ ਤਾਂ ਪਹਿਲਾਂ ਵੀ ਇਹੀ ਪ੍ਰਪੇਅਰ ਹੋ ਰਿਹਾ ਸੀ। ਤੁਹਾਨੂੰ ਦੇਖੋਗੇ ਨਾ ਹਰ ਟੌਪਿਕ 'ਤੇ ਤੁਹਾਨੂੰ 3-4 ਕੁਐਸਚਨ ਹੀ ਬਣ ਰਹੇ ਨੇ, ਬਸ ਉਹੀ ਕੁਐਸਚਨ ਪ੍ਰਪੇਅਰ ਕਰਨੇ ਨੇ ਤੁਸੀਂ 1 2 3 4 ਹਰ ਟੌਪਿਕ ਦੇ ਵਿੱਚੋਂ। ਕਲਾਸ ਦੇ ਵਿੱਚ ਜਦੋਂ ਅਸੀਂ ਕਰਾਂਗੇ ਮੈਂ ਤੁਹਾਨੂੰ ਦਿਖਾਊਂਗਾ ਵੀ ਕਿੱਦਾਂ ਇਸ ਟੌਪਿਕ 'ਚੋਂ ਕਿਹੜੇ ਕੁਐਸਚਨ ਪ੍ਰਪੇਅਰ ਹੋ ਰਹੇ ਨੇ, ਉਸ ਤੋਂ ਬਾਅਦ ਕੁਐਸਚਨ ਆਣਾ ਹੀ ਨਹੀਂ ਹੈਗਾ। ਹੁਣ ਦੇਖੋ ਇੰਨਾ ਤੁਸੀਂ ਘੱਟੋ ਘੱਟ ਮੈਂ ਤੁਹਾਨੂੰ ਇਹ ਕਹੂੰਗਾ, ਚਲੋ 2000 ਵੀ ਛੱਡ ਦਿਓ, 2002 ਤੋਂ 2022 ਤੱਕ 20 ਸਾਲਾਂ ਦੇ ਪੇਪਰ ਤੁਸੀਂ ਇਗਨੋਰ ਨਹੀਂ ਕਰਨੇ। ਅੱਛਾ, ਪੇਪਰ ਪੜ੍ਹਨ ਦਾ ਕੀ ਤਰੀਕਾ ਹੁੰਦਾ ਇੱਥੋਂ ਸਮਝ ਲਓ। ਦੇਖੋ, ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨੂੰ ਇੱਕ ਵਾਰੀ, ਸਭ ਤੋਂ ਪਹਿਲੀ ਵਾਰੀ ਇੱਕ ਰਫ ਰੀਡਿੰਗ ਲੈਣੀ ਹੈ, ਸਿਰਫ ਪੜ੍ਹਨਾ। ਕੋਸ਼ਿਸ਼ ਕਰੋ ਤੁਹਾਨੂੰ ਮਿਲ ਜਾਣ, ਕਿੱਥੋਂ ਦਾ ਪ੍ਰਿੰਟ ਕਢਵਾ ਲਓ। ਠੀਕ ਹੈ, ਪਿਛਲੇ 10 ਸਾਲਾਂ ਦੇ ਮਿਲ ਜਾਣਗੇ, ਉਸ ਤੋਂ ਬਾਅਦ ਪਹਿਲਾਂ ਵਾਲੇ ਥੋੜ੍ਹੇ ਡਿਫੀਕਲਟੀ ਹੋ ਸਕਦੀ ਹੈ, ਬਟ ਮਿਲ ਜਾਣਗੇ, ਕਿੱਥੋਂ ਨਾ ਕਿੱਥੋਂ ਫਾਈਂਡ ਆਊਟ ਕਰੋਗੇ ਤੁਹਾਨੂੰ ਮਿਲ ਜਾਣਗੇ। ਠੀਕ ਹੈ, ਰਫ ਰੀਡਿੰਗ ਜਿਹੜੀ ਆ, ਜਿਹੜੇ ਬੱਚੇ ਤਾਂ ਕਲਾਸ ਕਰਨਗੇ ਉਹਨਾਂ ਨੂੰ ਤਾਂ ਮੈਂ ਅਵੇਲੇਬਲ ਵੀ ਕਰਾ ਦੂੰਗਾ। ਕੋਸ਼ਿਸ਼ ਕਰੂੰਗਾ ਮੈਂ ਕਿ ਟੈਲੀਗ੍ਰਾਮ 'ਤੇ ਜੇਕਰ ਮੈਂ ਉਹਨਾਂ ਬੱਚਿਆਂ ਨੂੰ ਵੀ ਅਵੇਲੇਬਲ ਕਰਾ ਦਾਂ ਜਿਹੜੇ ਬੱਚੇ ਨਹੀਂ ਕਰਨਾ ਚਾਹੁੰਦੇ ਕਲਾਸ, ਕੋਈ ਦਿੱਕਤ ਨਹੀਂ, ਮੈਂ ਉਹਨਾਂ ਨੂੰ ਪੇਪਰ ਅਵੇਲੇਬਲ ਕਰਾ ਦਾਂ, ਹੈ ਨਾ। ਰਫ ਰੀਡਿੰਗ ਸਭ ਤੋਂ ਪਹਿਲਾਂ ਤੁਸੀਂ ਇੱਕ ਲੈਣੀ ਆ ਪਿਛਲੇ 20 ਸਾਲਾਂ ਦੇ ਪੇਪਰ ਦੀ, ਇੱਦਾਂ ਹੀ ਪੜ੍ਹ ਲੈਣਾ, ਦੇਖ ਲੈਣਾ ਵੀ ਕੀ ਪੁੱਛਿਆ ਗਿਆ, ਕਿਹੜੇ ਕੁਐਸਚਨ ਨੇ, ਬਸ ਉੱਤੇ ਜ਼ਿਆਦਾ ਦਿਮਾਗ 'ਤੇ ਪ੍ਰੈਸ਼ਰ ਨਹੀਂ ਪਾਉਣਾ, ਸਿਰਫ ਰਫ ਰੀਡਿੰਗ ਲੈਣੀ ਆ। ਦੂਜੀ ਵਾਰੀ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਨਾ। ਠੀਕ ਹੈ, ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਨਾ। ਤੀਸਰੀ ਵਾਰੀ ਤੁਸੀਂ ਇਹ ਦੇਖਣਾ ਹੈਗਾ ਵੀ ਹੁਣ ਮੈਂ, ਕਿਉਂਕਿ 2-3 ਵਾਰੀ ਤੁਸੀਂ ਪੜ੍ਹਨ ਤੋਂ ਬਾਅਦ ਨਾ 3rd ਜਾਂ 4th ਟਾਈਮ ਤੁਸੀਂ ਉਸ ਪੇਪਰ ਨੂੰ ਤੁਸੀਂ ਇਹ ਦੇਖੋਗੇ ਵੀ ਹੁਣ ਟੌਪਿਕ ਜਿਵੇਂ ਨੇ, ਭਾਈ ਵੀਰ ਸਿੰਘ 'ਤੇ ਕੁਐਸਚਨ ਕਿੱਦਾਂ ਪੁੱਛਿਆ ਜਾ ਰਿਹਾ, ਫਿਰ ਤੁਸੀਂ ਇੱਦਾਂ ਕਰਨਾ, ਭਾਈ ਵੀਰ ਸਿੰਘ 'ਚੋਂ ਕਿਹੜੇ ਕੁਐਸਚਨ ਪੁੱਛੇ ਜਾ ਰਹੇ ਨੇ। ਠੀਕ ਹੈ, ਪ੍ਰੋਫੈਸਰ ਮੋਹਨ ਸਿੰਘ ਨੇ ਤਾਂ ਕੀ ਰੋਮਾਂਸਵਾਦ ਨੂੰ ਲੈ ਕੇ ਪ੍ਰਸ਼ਨ ਪੁੱਛਿਆ ਜਾ ਰਿਹਾ, ਕੀ ਪ੍ਰੋਫੈਸਰ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨਾਲ ਕੁਐਸਚਨ ਪੁੱਛਿਆ ਜਾ ਰਿਹਾ, ਜੇ ਗੀਤ ਨੂੰ ਲੈ ਕੇ ਪੁੱਛਿਆ ਗਿਆ, ਪ੍ਰਗੀਤ ਲੈ ਕੇ ਪੁੱਛਿਆ ਗਿਆ, ਇੱਕ ਪਿਛਲੇ 2-3 ਸਾਲ ਪਹਿਲਾਂ ਕੁਐਸਚਨ ਪੁੱਛਿਆ ਗਿਆ ਸੀਗਾ ਪ੍ਰਗੀਤ ਨੂੰ ਲੈ ਕੇ, ਅੰਮ੍ਰਿਤਾ ਪ੍ਰੀਤਮ ਨੂੰ ਲੈ ਕੇ, ਇਹ ਅਨਐਕਸਪੈਕਟਡ ਕੁਐਸਚਨ ਸੀ, ਪਹਿਲਾਂ ਬਹੁਤ ਘੱਟ ਪੁੱਛਿਆ ਗਿਆ ਵਾ। ਠੀਕ ਹੈ, ਇੱਦਾਂ ਦੇ ਵੀ ਕੁਝ ਕੁਐਸਚਨ ਕੱਢ ਲੈਣੇ ਨੇ ਰੈਂਡਮ ਕਿ ਹਾਂ ਇਹ ਕੁਐਸਚਨ ਜਿਹੜੇ ਨੇ UPSC ਨੇ ਐਕਸਟਰਾ ਪੁੱਛੇ ਨੇ, ਇਹਦੇ ਲਈ ਵੀ ਸਾਨੂੰ ਪ੍ਰਪੇਅਰ ਕਰਨਾ, ਪੁੱਛਿਆ ਜਾ ਸਕਦਾ ਹੈ ਨਾ। ਹੁਣ ਗੁਰਮੁਖੀ ਲਿਪੀ ਆ, ਤੁਹਾਨੂੰ ਪਤਾ ਹੀ ਆ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਕਿਹੜਾ, ਕਿ ਗੁਰਮੁਖੀ ਲਿਪੀ ਹੀ ਕੀ ਉਚਿਤ ਆ ਪੰਜਾਬੀ ਭਾਸ਼ਾ ਲਈ, ਸਭ ਤੋਂ ਢੁਕਵੀਂ ਲਿਪੀ ਕਿਉਂ ਆ, ਇਹੀ ਕੁਐਸਚਨ ਵਾਰ-ਵਾਰ ਪੁੱਛਿਆ ਜਾਂਦਾ, ਤੇ ਇਹਨੂੰ ਪ੍ਰਪੇਅਰ ਕਰ ਲਓ ਨਾ, ਕਿਉਂ ਛੱਡਣਾ ਇਹਨੂੰ। ਇਹ ਆ ਟੈਕਨੀਕ ਪੇਪਰ ਪ੍ਰੀਵੀਅਸ ਈਅਰ ਨੂੰ ਪੜ੍ਹਨ ਦੀ। ਤੀਸਰੀ ਚੌਥੀ ਵਾਰੀ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਸੀਂ ਟੌਪਿਕ ਕੱਢ ਲਓਗੇ। ਠੀਕ ਹੈ, ਪੇਪਰ ਪੜ੍ਹਦੇ ਹੀ ਰਹਿਣਾ, ਮਤਲਬ ਇਹਨੂੰ ਵੀ ਨਹੀਂ ਛੱਡਣਾ, ਇਹ ਲਗਾਤਾਰ ਤੁਸੀਂ ਪੇਪਰ ਖਤਮ, ਇੱਕ ਰੀਡਿੰਗ ਹੋ ਜਾਏ ਦੂਸਰੀ ਕਰੋ, ਦੂਸਰੀ ਹੋ ਜਾਏ ਤੀਸਰੀ ਕਰੋ, ਤੀਸਰੀ ਹੋ ਜਾਏ ਚੌਥੀ ਕਰੋ, ਇੱਦਾਂ ਰੀਡਿੰਗ ਕਰਦੇ ਹੀ ਜਾਣਾ। ਪ੍ਰੀਵੀਅਸ ਈਅਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਤੁਹਾਨੂੰ ਸਕੋਰ ਵਧੀਆ ਕਰਨ ਲਈ। ਠੀਕ ਹੈ, ਇਹ ਜਿਹੜਾ ਗੈਪ ਆ ਨਾ ਇਹ ਇੱਥੋਂ ਹੀ ਫਿਲਅਪ ਹੋਏਗਾ। ਉਸ ਤੋਂ ਬਾਅਦ ਕੀ ਕਰਨਾ, ਉਸ ਤੋਂ ਬਾਅਦ ਅਗਲਾ ਪੁਆਇੰਟ ਕੀ ਆ ਸਟ੍ਰੈਟਜੀ ਦੇ ਵਿੱਚ, ਉਹ ਦੇਖ ਲਓ, ਇੱਥੇ ਧਿਆਨ ਨਾਲ ਹੋਰ ਸਮਝ ਲਓ। ਚੌਥਾ ਪੁਆਇੰਟ ਇਹ ਹੈਗਾ ਸਾਡੀ ਸਟੱਡੀ ਦੇ ਵਿੱਚ ਵੀ ਸਾਡੇ ਨੋਟਸ ਜਿਹੜੇ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਪ੍ਰਪੇਅਰ ਹੋਣ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਤੁਸੀਂ ਕਿਸੇ ਵੀ ਮੰਨ ਲਓ 1-2 ਟੀਚਰ ਨੇ ਪੰਜਾਬੀ ਲਈ, ਉਹ ਨੋਟਸ ਪ੍ਰੋਵਾਈਡ ਕਰਦੇ ਨੇ, ਤੁਸੀਂ ਉੱਥੋਂ ਲੈ ਸਕਦੇ ਹੋ, ਕਈ ਬੱਚਿਆਂ ਨੇ ਲਏ ਵੀ ਨੇ, ਕੋਈ ਮੈਨੂੰ ਇਸ਼ੂ ਨਹੀਂ ਹੈਗਾ। ਜਿਹੜੇ ਬੱਚੇ ਨੂੰ ਜਿੱਥੋਂ ਕੰਫਰਟ ਲੱਗਦਾ ਉਹ ਉੱਥੋਂ ਲੈ ਸਕਦਾ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਦੇਖੋ ਸਿਰਫ ਤੁਸੀਂ ਨੌਲੇਜ ਲਈ ਨਹੀਂ ਪੜ੍ਹਨਾ। ਠੀਕ ਹੈ, ਨੌਲੇਜ ਲੈਣਾ ਤੁਹਾਡੀ ਪ੍ਰਾਇਰਟੀ ਨਹੀਂ ਹੈਗਾ, ਤੁਹਾਡੀ ਪ੍ਰਾਇਰਟੀ ਕੀ ਹੈਗੀ ਆ, ਸਿਲੈਕਸ਼ਨ। ਮੈਂ ਹਮੇਸ਼ਾ ਸਿਲੈਕਸ਼ਨ ਦੇ ਤੱਤ ਨੂੰ ਧਿਆਨ 'ਚ ਰੱਖ ਕੇ ਤਿਆਰੀ ਕੀਤੀ ਹੈਗੀ ਆ। ਠੀਕ ਹੈ, ਤੁਹਾਨੂੰ ਵੀ ਐਵੇਂ ਹੀ ਧਿਆਨ ਰੱਖਣਾ ਪੈਣਾ, ਨੌਲੇਜ ਨਹੀਂ, ਸਿਲੈਕਸ਼ਨ ਲਈ ਤੁਹਾਨੂੰ ਇਹ ਦੇਖਣਾ ਪੈਣਾ ਵੀ ਸਾਡੇ ਨੋਟਸ ਇੱਦਾਂ ਦੇ ਹੋਣੇ ਚਾਹੀਦੇ ਨੇ, ਜਿਹੜੇ ਐਗਜ਼ਾਮੀਨਰ ਨੂੰ ਫਸਟ ਇੰਪ੍ਰੈਸ਼ਨ ਦੇ ਵਿੱਚ ਹੀ ਕਿਤੇ ਨਾ ਕਿਤੇ ਆਪਾਂ ਕਹਿੰਦੇ ਨਾ ਉਹਨੂੰ ਕਾਤਲ ਬਣਾ ਦੇਣ। ਠੀਕ ਹੈ, ਉਹ ਸਾਡੀ ਲਿਖਤ ਦਾ ਕਾਤਲ ਹੋ ਜੇ, ਉਹਨੂੰ ਕਾਇਲ ਹੋ ਜੇ, ਮਤਲਬ ਕਾਤਲ ਮੈਂ ਗਲਤ ਵਰਡ ਯੂਜ਼ ਕਰ ਗਿਆ, ਉਹ ਕਾਇਲ ਹੋ ਜੇ।
ਠੀਕ ਹੈ, ਉਹਨੂੰ ਇਹ ਲੱਗੇ ਵੀ ਹਾਂ ਇਸ ਬੱਚੇ ਨੇ ਬਹੁਤ ਵਧੀਆ ਲਿਖਿਆ। ਇਹ ਪਤਾ ਕਿਵੇਂ ਹੁੰਦਾ, ਜਦੋਂ ਅਸੀਂ ਇੰਟਰੋਡਕਸ਼ਨ ਬਹੁਤ ਬੈਟਰ ਲਿਖਦੇ ਹਾਂ, ਜਦੋਂ ਅਸੀਂ ਕਨਕਲੂਜ਼ਨ ਨੂੰ ਬਹੁਤ ਹੀ ਖੂਬਸੂਰਤੀ ਨਾਲ ਐਂਡ ਕਰਦੇ ਹਾਂ, ਠੀਕ ਹੈ, ਉਦੋਂ ਐਗਜ਼ਾਮੀਨਰ ਨੂੰ ਇਹ ਲੱਗਦਾ ਵੀ ਹਾਂ ਯਾਰ ਬੱਚਾ, ਇੱਕ ਤਾਂ ਕਨਕਲੂਜ਼ਨ ਸਾਡਾ ਪੋਜ਼ਿਟਿਵ ਹੋਣਾ ਚਾਹੀਦਾ है ना, पॉजिटिव नैगेटिव नहीं होना चाहिए, पॉजिटिव कनकलूजन दो। दूसरा सानू ये देखना भी इस टॉपिक च कनकलूजन बनना की चाहिए, किहड़ियां ऐसियां कोटेशंस ने जो असी लास्ट दे विच कोट कर सकते हैं, साडा कनकलूजन बहुत बेस्ट बन जे। ऐदां ही इंट्रोडक्शन असी किवें कर सकते हैं, किसी ऑथर बारे किहने लिखिया होवे है ना, उस ऑथर की शुरुआत लाइन की आ, कोई बहुत 3-4 चंगियां जिहियां लाइनां असी शुरुआत दे विच इंट्रोडक्शन दईए। एग्जामिनर हो सकता तुहाडा बॉडी पार्ट पढ़े ही ना, तुहाडा इंट्रोडक्शन ही पढ़े तो कनकलूजन पढ़े तो तुहानूं मार्क्स दे दे। मैं तुहानूं लिख के दे रहा, मैं इस चीज़ पर बहुत ज़्यादा वर्क किया सीगा। 300 मार्क्स यूपीएससी दे विच बहुत ज़्यादा मार्क्स होंदे ने आउट ऑफ 500, ठीक है, ये मैनूं स्कोर मिलिया सीगा। तो इसलिए मैं तुहानूं दस रहा, जो चीज़ां दस रहा उहदे ते वर्क कर लिओ तो तुहानूं हैल्प मिल जाएगी, ठीक है। ये नोट्स जिहड़े ने तुहानूं उस फॉर्म च प्रिपेयर करने ने, जिवें मान लो तुसीं किसी दे नोट्स लै भी ले, फिर तुहानूं हैंड रिटन नोट्स जरूर बनाने ने, अपने नोट्स बनाओ ना। ये नोट्स जिहड़े ने देखो, इहदा भी एक तरीका वा नोट्स किवें बनाने ने। एक तां एक वारी तुहाडे, हुण मैं तुहानूं दस्सां, मैं 3 ਤੋਂ 4 वारी नोट्स बनाए ने। ਹੁਣ ਤੁਸੀਂ ਕਹੋਗੇ ਸਰ ਤੁਸੀਂ 3-4 ਵਾਰੀ ਕਿਉਂ ਬਣਾਏ, ਇੱਕ ਵਾਰੀ ਕਿਉਂ ਨਹੀਂ ਬਣਾਏ? ਕਿਉਂਕਿ ਹਰ ਵਾਰੀ ਨੋਟਸ ਦੇ ਵਿੱਚ ਰਿਫਾਰਮ ਕਰਨਾ ਹੁੰਦਾ। ਹਰ ਵਾਰੀ ਮੈਂ ਯੂਪੀਐਸਸੀ ਦਾ ਐਗਜ਼ਾਮ ਦਿੰਦਾ ਸੀਗਾ, ਕਈ ਵਾਰ ਮੈਂ ਮੀਨਸ ਲਗਾਤਾਰ ਦਿੱਤੇ ਨੇ, ਉਸ ਤੋਂ ਬਾਅਦ ਕਈ ਵਾਰੀ ਪ੍ਰੀਲਿਮਸ ਇਸ਼ੂ ਹੋਇਆ ਜਾਂ ਮੈਂ ਗੈਪ ਵੀ ਲਿਆ, ਬਟ ਮੈਂ ਰੁਕਿਆ ਨਹੀਂ। ਮੈਂ ਹਰ ਵਾਰੀ ਆਪਣੇ ਨੋਟਸ ਨੂੰ ਜਿਹੜਾ ਸੀਗਾ ਉਹ ਰਿਫਾਰਮ ਕਰਦਾ ਸੀਗਾ, ਉਹਦੇ 'ਚ ਕੀ ਸੁਧਾਰ ਕੀਤੇ ਜਾ ਸਕਦੇ ਨੇ, ਨੋਟਸ ਦੇ ਵਿੱਚ ਕੀ ਬੈਸਟ ਕੀਤਾ ਜਾ ਸਕਦਾ, ਹਰ ਵਾਰੀ ਮੈਂ ਕੀਤਾ। ਮੇਰੇ ਕੋਲ ਕੰਪਲੀਟ ਨੋਟਸ ਅਵੇਲੇਬਲ ਨੇ, ਕਿਉਂ? ਕਿਉਂਕਿ ਮੈਂ ਵਰਕ ਕੀਤਾ ਉਹਨਾਂ 'ਤੇ ਬਹੁਤ ਜ਼ਿਆਦਾ। ਤੁਸੀਂ ਵੀ ਇੱਦਾਂ ਕਰੋ, 3-4 ਵਾਰੀ ਵਰਕ ਕਰੋ। ਪਹਿਲਾ ਵਾਰੀ ਨੋਟਸ ਬਣਾਓ, ਪਹਿਲਾਂ ਸਾਰਾ ਪੜ੍ਹ ਲਓ, ਫਿਰ ਨੋਟਸ ਬਣਾਓ, ਫਿਰ ਉਹਨੂੰ ਹੋਰ ਸੁਧਾਰ ਕਰੋ, ਫਿਰ ਸੁਧਾਰ ਕਰੋ, ਫਿਰ ਲਾਸਟ ਦੇ ਵਿੱਚ ਜਿਹੜਾ 3-4 ਵਾਰੀ ਨੋਟਸ ਬਣ ਗਏ ਨਾ, ਉਹ ਹੋਣਗੇ ਕੰਸਾਈਜ਼ ਨੋਟਸ, ਠੀਕ ਹੈ, ਬਿਲਕੁਲ ਸ਼ਾਰਟ ਨੋਟਸ ਟੌਪਿਕ ਵਾਈਜ਼। ਬਟ ਉਹ ਸ਼ਾਰਟਸ ਜਿਹੜੇ ਨੇ ਨਾ, ਸ਼ਾਰਟ ਨੋਟਸ ਜਿਹੜੇ ਹੋਣਗੇ ਉਹ ਤੁਹਾਡੇ ਬੈਸਟ ਨੋਟਸ ਹੋਣਗੇ। ਉਹਦੇ ਵਿੱਚੋਂ ਤੁਹਾਨੂੰ ਇਹ ਦੇਖਣਾ ਹੈਗਾ ਵੀ ਹਾਂ ਇਹ ਜਿਹੜਾ ਟੌਪਿਕ ਆ, ਇਹ ਜਿਹੜੀ ਟੌਪਿਕ ਆ, ਇਹਦੇ ਵਿੱਚ ਹੁਣ ਮੈਨੂੰ ਕੁਝ ਐਕਸਟਰਾ ਨਹੀਂ ਕਰਨਾ, ਮੈਨੂੰ ਇੰਨਾ ਹੀ ਮੈਂ ਯਾਦ ਕਰਕੇ ਉੱਥੇ ਲਿਖਿਆ ਆਵਾਂਗਾ। ਅਤੇ ਫਿਰ ਉਹਨਾਂ ਦਾ ਪਤਾ ਲਾਸਟ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸਟ੍ਰੈਟਜੀ ਦਾ ਪੁਆਇੰਟ ਆਏਗਾ, ਉਹ ਕੀ ਆਏਗਾ? ਜਦੋਂ ਇਹ ਨੋਟਸ ਰਿਫਾਰਮਿਸਟ ਨੋਟਸ ਤੁਹਾਡੇ ਬਣ ਜਾਣਗੇ ਨਾ, ਪ੍ਰੋਪਰ ਸੁਧਾਰ ਕਰਕੇ, ਪ੍ਰੋਪਰ ਇੱਕ ਬੈਸਟ ਫਾਰਮ ਦੇ ਵਿੱਚ ਤੁਹਾਡੇ ਕੋਲ ਪ੍ਰਪੇਅਰ ਰਹਿਣਗੇ ਸ਼ਾਰਟ ਨੋਟਸ। ਹੁਣ ਮੈਨੂੰ ਪਤਾ ਨਾ, ਮੈਨੂੰ ਪੰਜਾਬੀ ਦਾ ਜਿਹੜਾ ਮੇਰਾ ਹਲੇ ਵੀ ਲਾਸਟ ਅਟੈਂਪਟ ਆ, ਮੰਨ ਲਓ ਮੈਨੂੰ ਕਦੇ ਵੀ ਦੇਣਾ ਐਗਜ਼ਾਮ ਨਾ ਤੁਹਾਡੇ ਸਾਹਮਣੇ, ਤਾਂ ਮੈਨੂੰ ਕੁਛ ਨਹੀਂ ਕਰਨ ਦੀ ਲੋੜ, ਮੈਂ ਸਿਰਫ ਉਹ ਨੋਟਸ ਰਿਵਾਈਜ਼ ਕਰਾਂਗਾ, ਪ੍ਰੈਕਟਿਸ ਕਰਾਂਗਾ ਤਾਂ ਐਗਜ਼ਾਮ ਮੈਂ ਦੇ ਸਕਦਾ। ਇੱਦਾਂ ਹੀ ਤੁਹਾਨੂੰ ਕਰਨਾ ਪੈਣਾ। ਹੁਣ ਤੁਸੀਂ ਅੱਗੇ ਦੇਖੋ, ਆ ਲਾਸਟ ਜਿਹੜਾ ਹੈਗਾ, ਜਿਹੜਾ ਮਤਲਬ 5th ਪੁਆਇੰਟ ਆ, ਇਹ ਹੈਗਾ ਤੁਹਾਡਾ ਉਹਨਾਂ ਹੀ ਨੋਟਸ ਦਾ ਰਿਵੀਜ਼ਨ, ਠੀਕ ਹੈ। ਇੱਕ ਪੁਆਇੰਟ ਹੋਰ ਆ, ਅਸੀਂ ਡਿਸਕਸ ਕਰਦੇ ਹਾਂ। ਦੇਖੋ ਸਟ੍ਰੈਟਜੀ ਦੇ ਸਾਰੇ ਪੁਆਇੰਟਸ ਮੈਂ ਬੜੇ ਡਿਟੇਲ 'ਚ ਤੁਹਾਨੂੰ ਇਸ ਲਈ ਦੱਸ ਰਿਹਾ ਕਿਉਂਕਿ ਇਹੀ ਇੰਪੋਰਟੈਂਟ ਆ। ਪਲੈਨਿੰਗ ਤੇ ਸਟ੍ਰੈਟਜੀ ਦੀ ਡਿਫਰੈਂਸ ਮੈਂ ਤੁਹਾਨੂੰ ਦੱਸ ਚੁੱਕਿਆ ਨਾ। ਅਸੀਂ ਜਿੱਤ ਫੈਕਟਰ ਨੂੰ, ਠੀਕ ਹੈ, ਧਿਆਨ ਦੇ ਵਿੱਚ ਰੱਖ ਕੇ, ਵਿਕਟਰੀ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਤਿਆਰੀ ਕਰਨੀ ਹੈ, ਅਸੀਂ ਜਿੱਤਣਾ ਵਾ। ਕਿਉਂਕਿ ਦੇਖੋ ਨਾ, ਤੁਸੀਂ ਕਿੰਨੇ ਸਾਰੇ ਬੱਚੇ ਪ੍ਰਪੇਅਰ ਕਰ ਰਹੇ ਨੇ, ਹੋਰ ਲਿਟਰੇਚਰ, ਹਿੰਦੀ ਲਿਟਰੇਚਰ ਵਾਲੇ ਨੇ ਜਾਂ ਹੋਰ ਆਪਸ਼ਨਲ ਵਾਲੇ ਬੱਚੇ ਨੇ, ਉਹਨਾਂ ਨੂੰ ਥੱਲੇ ਰੱਖ ਕੇ ਤਾਂ ਹੀ ਤਾਂ ਅੱਗੇ ਜਾਓਗੇ ਨਾ। ਕਈ ਬੱਚੇ ਬਹੁਤ ਵਧੀਆ ਪ੍ਰਿਪਰੇਸ਼ਨ ਕਰ ਰਹੇ ਨੇ, ਉਹਨਾਂ ਨੂੰ ਤਾਂ ਕੰਪੀਟੀਸ਼ਨ ਤੁਹਾਡਾ ਦਿਮਾਗ 'ਚ ਰਹੇਗਾ, ਤਾਂ ਹੀ ਤਾਂ ਉਹਨਾਂ ਨੂੰ ਕ੍ਰਾਸ ਕਰਕੇ ਤੁਸੀਂ ਪਹੁੰਚ ਪਾਓਗੇ ਨਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ 'ਤੇ ਤੁਹਾਨੂੰ ਵਰਕ ਕਰਨਾ ਪੈਣਾ, ਠੀਕ ਹੈ। ਨੋਟਸ ਬਣ ਗਏ ਨਾ ਜਦੋਂ, ਫਿਰ ਉਹਨਾਂ ਦਾ ਮਲਟੀਪਲ ਰਿਵੀਜ਼ਨ ਕਰਨਾ, ਵਿਦਿਨ 15 ਡੇਜ਼ ਇੱਕ ਕੰਪਲੀਟ ਰਿਵੀਜ਼ਨ, ਵਿਦਿਨ 15 ਡੇਜ਼ ਫਿਰ ਕੰਪਲੀਟ ਰਿਵੀਜ਼ਨ, ਵਿਦਿਨ 15 ਡੇਜ਼ ਕੰਪਲੀਟ ਰਿਵੀਜ਼ਨ, ਇੱਦਾਂ। ਕਿਉਂਕਿ ਮੈਂ ਤੁਹਾਨੂੰ ਇੱਕ ਦੱਸਦਾ, ਜਦੋਂ ਮੈਂ ਜਾਂਦਾ ਸੀ ਪੰਜਾਬੀ ਲਿਟਰੇਚਰ ਦੀ ਤਿਆਰੀ ਕਰਨ ਲਈ, ਕਿਉਂਕਿ ਮੈਂ ਦਿੱਲੀ 'ਚ ਕਲਾਸ ਕੀਤੀ ਆ, ਠੀਕ ਹੈ, ਦਿੱਲੀ 'ਚ ਮੈਂ ਕਲਾਸ ਕੀਤੀ ਆ। ਫਿਰ ਮੇਰੀ ਮੰਡੇ ਟੂ ਸੈਟਰਡੇ ਕਲਾਸ ਹੁੰਦੀ ਸੀ ਇੱਥੇ, ਮੰਡੇ ਟੂ ਸੈਟਰਡੇ ਕਲਾਸ ਹੁੰਦੀ ਸੀ। ਸੈਟਰਡੇ ਨਾਈਟ ਨੂੰ ਮੈਂ 12 ਵਜੇ ਜਿਹੜੀ ਇੱਥੋਂ ਟ੍ਰੇਨ ਜਾਂਦੀ ਹੈ, ਮੈਂ ਉੱਥੇ ਜਾਂਦਾ ਸੀ ਲੁਧਿਆਣੇ, ਠੀਕ ਹੈ। ਲੁਧਿਆਣੇ ਫਿਰ ਮੈਂ ਲਾਇਬ੍ਰੇਰੀ ਜਾਣਾ, ਉੱਥੋਂ ਮੈਂ ਪ੍ਰਪੇਅਰ ਕਰਨਾ। ਇੱਕ ਮੈਮ ਸੀ, ਉਹਨਾਂ ਤੋਂ ਥੋੜ੍ਹਾ ਮੈਂ ਪੜ੍ਹਦਾ ਸੀਗਾ, ਫਿਰ ਮੈਂ ਲਾਇਬ੍ਰੇਰੀ ਜਾਣਾ। ਫਿਰ ਇੱਦਾਂ ਹੀ ਮੈਂ ਹਰ ਸੈਟਰਡੇ ਮੇਰਾ ਹੁੰਦਾ ਸੀਗਾ ਵੀ ਮੈਂ ਲੁਧਿਆਣੇ ਜਾਣਾ ਜਾਂ ਫਿਰ ਮੈਂ ਪਟਿਆਲੇ ਜਾਣਾ। ਅਤੇ ਇੱਦਾਂ ਮੈਂ ਅਗਲੇ ਦਿਨ ਸੰਡੇ ਜਿਹੜਾ ਕੰਮ ਕਰਕੇ ਨਾ, ਸੰਡੇ ਮੈਂ ਉੱਥੋਂ 3-4 ਵਜੇ ਚੱਲਦਾ, ਅਤੇ ਰਾਤੀ ਮੈਂ ਲਗਭਗ 10 ਵਜੇ ਮੈਂ ਦਿੱਲੀ ਪਹੁੰਚ ਜਾਂਦਾ, ਕਸ਼ਮੀਰੀ ਗੇਟ। ਉੱਥੋਂ ਫਿਰ ਮੈਂ ਰੂਮ 'ਚ ਆਉਂਦਾ, ਅਗਲੇ ਦਿਨ ਫਿਰ 7 ਵਜੇ ਮੇਰੀ ਜਿਹੜੀ ਹੈਗੀ ਆ GS ਦੀ ਕਲਾਸ ਹੁੰਦੀ ਸੀ। ਇਹ ਮੈਂ ਲਗਾਤਾਰ 2 ਤੋਂ 2.5 ਸਾਲ ਫੋਲੋ ਕੀਤਾ, ਲਗਾਤਾਰ 2-2.5 ਸਾਲ। ਮੈਂ ਈਵਨ ਦੱਸਾਂ, ਮੈਂ ਕਈ ਵਾਰ ਫਰਸਟ੍ਰੇਟ ਵੀ ਹੋ ਜਾਂਦਾ ਸੀ ਵੀ ਮੈਂ ਕਿੱਦਾਂ ਦੀ ਲਾਈਫ ਜੀ ਰਿਹਾ, ਬਟ ਮੈਨੂੰ ਇਹ ਲੱਗਦਾ ਸੀਗਾ ਵੀ ਮੈਂ ਛੱਡਣਾ ਕੁਛ ਨਹੀਂ ਹੈਗਾ, ਠੀਕ ਹੈ, ਮੈਂ ਛੱਡਣਾ ਕੁਛ ਨਹੀਂ ਹੈਗਾ, ਵੀ ਮੈਂ ਆਪਣੇ ਵੱਲੋਂ ਕੋਈ ਵੀ ਕਮੀ ਨਹੀਂ ਛੱਡਣੀ ਹੈਗੀ। ਬਾਕੀ ਹੋਣਾ ਨਾ ਹੋਣਾ ਉਹ ਤਾਂ ਦੇਖੋ ਰੱਬ ਦੀ ਕਿਰਪਾ ਹੁੰਦੀ ਹੈ, ਗੁਰੂ ਸਾਹਿਬ ਦੀ ਮਿਹਰ ਹੁੰਦੀ ਆ, ਉਹ ਅਸੀਂ ਕੁਛ ਨਹੀਂ ਕਰ ਸਕਦੇ, ਠੀਕ ਹੈ। ਬਟ ਆਪਣੇ ਵੱਲੋਂ ਤੁਹਾਨੂੰ ਕੋਈ ਕਮੀ ਨਹੀਂ ਛੱਡਣੀ, ਉਹਦੇ ਲਈ ਤੁਹਾਨੂੰ ਇੰਨਾ ਕੰਮ ਕਰਨਾ ਪੈਣਾ। ਮੈਂ ਜਦੋਂ ਟ੍ਰੇਨ 'ਚ ਜਾਂਦਾ ਹੁੰਦਾ ਸੀ ਨਾ, ਮੈਂ ਇਹ ਰਿਵੀਜ਼ਨ ਉਦੋਂ ਕਰਦਾ ਹੁੰਦਾ ਸੀਗਾ। ਮੈਨੂੰ ਲੱਗਦਾ ਸੀਗਾ ਵੀ ਟ੍ਰੇਨ, ਮੰਨ ਲਓ ਮੈਂ ਇੱਥੋਂ 11 ਵਜੇ ਚਲਾ ਗਿਆ, ਕਿਉਂਕਿ ਮੈਟਰੋ ਲਾਸਟ ਜਲਦੀ ਹੁੰਦੀ ਹੈ, ਅਤੇ ਮੈਂ 11 ਵਜੇ ਲਗਭਗ 10:30 ਇੱਥੋਂ ਰੂਮ ਤੋਂ ਚਲਾ ਜਾਂਦਾ ਸੀ। ਟ੍ਰੇਨ ਨੇ ਆਉਣਾ ਹੁੰਦਾ ਸੀ ਕਈ ਵਾਰੀ 12 ਵਜੇ, ਕਈ ਵਾਰੀ ਉਹ ਲੇਟ ਹੋ ਜਾਂਦੀ ਸੀ 1 ਵਜੇ ਤੱਕ। ਹੁਣ ਮੈਨੂੰ ਉਸ ਟਾਈਮ ਨਾ ਮੈਂ ਸੋ ਸਕਦਾ, ਠੀਕ ਹੈ, ਰੈਸਟ ਰੂਮ ਦੇ ਵਿੱਚ
मैं रेलवे स्टेशन पर बैठा हुआ तो हुण मैनूं लग रहा सी मैं हुण इस टाइम नूं यूटिलाइज़ किवें कर सकदा। मैनूं लग्गिया भी ठीक आ टैसट भी लै सकदे ने मैम कल, तो मैं उन्होंने थोड़ा रिवाइज़ कर ਲਾਂ तो फिर मैं ये वाले ਜਿਹੜੇ 15 दिन तुहानूं दस रहा ये रिवीजन मैं उत्थों करता रहिंदा सीगा, कुछ रिवाइज़ करता रहिंदा, बहुत वधिया तरीके नाल मैं उत्थों रिवाइज़ कर लिया। एक सैगमेंट तुहानूं हुण साडा स्ट्रैटेजी दा लास्ट बचिआ वो असी मैं तुहानूं दस दिना उहदे ते वर्क कर लेना तुसी, वो हैगा आंसर राइटिंग। ठीक है, आंसर राइटिंग ते तुसी सैगमेंट ते वर्क करना वा। हुण आंसर राइटिंग किवें आ देखो, सब तो पहला ध्यान नाल समझो, सब तो पहला साडे कोल एक कंटेंट होना चाहिए, सब तो पहला कंटेंट होना चाहिए, फिर उस तो बाद दूजे नंबर ते साडे कोल क्वालिटेटिव कंटेंट होना चाहिए। ठीक है, क्वालिटेटिव कंटेंट होना चाहिए हैगा। जदों साडे कोल क्वालिटेटिव कंटेंट होएगा क्वालिटेटिव कंटेंट देखो कंटेंट आएगा फिर उन्होंने असीं क्वालिटेटिव बनावांगे है ना, बेस्ट बनावांगे जिहड़ी रिफॉर्म की मैं गल कीती है ना, फिर क्वालिटेटिव कंटेंट, फिर इत्थों असी जिहड़ा हैगा उस दी प्रैक्टिस जे साडे कोल कोई नॉलेज ही नहीं असी की एक्सप्रैस करांगे, आंसर च की लिखोगे, कुछ भी लिख सकते हो नहीं ना, एक्सप्रैस करने लिए तो कंटेंट चाहिए, नॉलेज होएगा तां ही तो एक्सप्रैस करोगे ना। तो क्वालिटेटिव कंटेंट जदों होएगा फिर उहदी करनी आ प्रैक्टिस। ठीक है, आंसर लिखन की फिर प्रैक्टिस जिन्नी कर सकते हो। देखो अल्टीमेटली तुहानूं सिलेक्शन दवाना इसे चीज़ ने आ, भावें GS होवे भावें पंजाबी लिटरेचर होवे, दोनों चीज़ों लिए तुहाडी आंसर राइटिंग बहुत ज़रूरी आ। आंसर राइटिंग जेडे बच्चे तां सिर्फ आंसर राइटिंग का कोर्स ज्वाइन करना चाहते हैं वो फोन करके कॉन्टैक्ट कर लें, क्योंकि देखो एक आंसर राइटिंग लिए मैं तुहाडे लिए प्रोग्राम प्लान किया है जिहदे विच असीं लगभग मतलब तुसीं मान के चलो हर पेपर चों मैं तुहानूं 50 आंसर जिहड़े ना तुहाडे लिखवावांगा, वही आंसर जिहड़े UPSC ने पूछे ने। ठीक है, टोटल असीं 200 तो 250 प्रश्न लिखांगे, वीकली साडा रहेगा, असीं मैं तुहानूं 15 क्वेश्चन देवांगा, तुसीं मैनूं सबमिट करोगे, सैटरडे मैं तुहाडा तुसीं मैनूं सबमिट कर दोगे तो संडे मैं तुहानूं इवैल्यूएट करके वापस करांगा। ठीक है, असीं कॉन्टैक्ट कर लांगे किस ते WhatsApp के तरीके नाल ते तुहाडे आंसर इवैल्यूएट करांगा प्रॉपर इसे तरीके नाल। जदों तुसीं ये 250 प्रश्न लिख लोगे उस तो बाद साडा जिहड़ा UPSC प्रीलिम्स जदों तुसीं क्वालीफाई कर दोगे, मेन्स दे विच मैं तुहाडे 4 फुल एंड टैसट लवांगा। इन्ना करन तो बाद ना जदों तुसीं एग्जामिनेशन च जाओगे मैनूं नहीं लगदा तुहानूं ये तो बहुत मैं मतलब घट ही दस रहा 300, तुसीं इस तो ज़्यादा ही स्कोर करोगे। ठीक है, क्योंकि 300 लैन तो बाद भी मैं बहुत वर्क किया पंजाबी ते, बहुत ज़्यादा वर्क किया पंजाबी लिटरेचर लिए मैं, तो इसलिए जे किते मैं लास्ट टाइम देना वा तो मैनूं पूरी उम्मीद आ भी मैं 350 तो घट नंबर नहीं लैंदा, तो वो सारा कंटेंट मैं तुहानूं तुहाडे तक पहुँचा दांगा, तुहाडे रल के मेहनत करांगा, ये सब चीज़ां असीं तां करांगे। ये तुसीं जिहड़े बच्चे सिर्फ इवैल्यूएशन प्रोग्राम ज्वाइन करना चाहते हैं वो जिहड़ा डिस्क्रिप्शन दे विच WhatsApp का नंबर दिता होया मेरा, उहदे ते तुसीं मैनूं मैसेज कर देना, मैं तुहानूं रिप्लाई कर दांगा, तो तुसीं ये सिर्फ इवैल्यूएशन कर सकते हो जे तुसीं कोचिंग नहीं करनी। बट जिहड़े बच्चों ने हाल तक कोचिंग नहीं लई, देखो मैं तुहानूं एक गल दसदा, ਜਿਹੜੇ भी 2 टीचर ने मैं वो हो सकता मेरे तो सीनियर भी ने, मैं किसी की कोई आलोचना नहीं करनी, वो मेरे तो हो सकता बहुत वधिया पढ़ाते हो, मैनूं उहदे च कोई इशू नहीं। बट एक तुसीं आप सोचो 2 परसन ने, एक परसन सिर्फ टीचर ने जिन्होंने UPSC आप नहीं दिता, एक वो परसन ने जिन्होंने 300 मार्क्स स्कोर किया, तुहानूं दोनों चों किस ते ज़्यादा रिलाई करना चाहिए है ना। तो जेडे बच्चों ने नहीं कोचिंग की जिन्होंने कर ली है वो बहुत चंगी गल है, वो सिर्फ आंसर राइटिंग ज्वाइन कर लें। जिन्होंने बच्चों ने कोचिंग नहीं की, कोचिंग करना चाहते हैं, वो बच्चे जेडे ने वो कॉन्टैक्ट कर लें WhatsApp नंबर पर। बहुत जल्द पंजाबी लिटरेचर की क्लास शुरू होने जा रही है, असी एक टॉपिक नूं ना बहुत वधिया तरीके नाल प्रिपेयर करांगे। तुहानूं मैं वार वार कह रहा भी जेकर जो मैं तुहानूं दस्सिया तुसीं वो चीज़ां करनियां, जेकर तुहानूं मैं जो भी आंसर दिंदा रहांगा इवैल्यूएशन लई, जो टॉपिक मैं पढ़ांदा रहांगा, जदों मैं कहांगा रिवीजन करते रहो वो कर लिया तुसीं ना, तुहानूं मैं 300+ की गारंटी मैं दवांगा। ठीक है, उस तो बाद तुसीं कित्थों तक जाके रुकदे हो ये परमात्मा की मर्जी है, बट 300+ तुसीं स्कोर करोगे बहुत ईजिली, क्योंकि मैं तुहाडा इंट्रोडक्शन कंकलूजन तक भी प्रिपेयर करा देना। ठीक है, ये कोई भी टीचर नहीं कर सकता, उन्हें नोट्स बना के तुहानूं दे देने आ, बट ये बेस्ट इंट्रो की होनी चाहिए, बेस्ट कंकलूजन की होना चाहिए, इत्थों तक भी असीं प्रिपेयर करांगे साडी क्लास दे विच। जिहड़े बच्चे क्लास करनगे उन्हां दे रिजल्ट तुसीं नैक्सट टाइम देखना कित्थे तक पंजाबी लिटरेचर जांदे ने। जिहड़े बच्चे तां ऑलरेडी क्लास कर चुके ने उन्हां नूं मैं कुछ नहीं कहांगा, वो आंसर राइटिंग प्रोग्राम ज्वाइन करना चाहण वो भी उन्हां दा मर्जी आ, कंफर्ट आ, वो करना चाहण तां ज्वाइन कर सकते हैं, इहदी डिटेल लै सकते हैं किद्दां असीं करना। ते जिहड़े बच्चे क्लास करना चाहते हैं वो भी कॉन्टैक्ट कर सकते हैं। बाकी जिहड़े नहीं करना चाहते कुछ भी
ਉਹਨਾਂ ਲਈ ਵੀ ਕੋਈ ਦਿੱਕਤ ਨਹੀਂ ਹੈਗੀ। ਮੈਂ 2 ਵੀਡੀਓ ਤੁਹਾਡੇ ਲਈ ਪਾ ਲੀਆਂ ਨੇ, ਤੁਸੀਂ ਐਨਾਲਿਸਿਸ ਸਿਲੇਬਸ ਦਾ ਦੇਖ ਲੈਣਾ ਪ੍ਰੋਪਰ, ਹੈ ਨਾ, ਪ੍ਰੋਪਰ ਐਨਾਲਿਸਿਸ ਦੇਖ ਲੈਣਾ ਸਿਲੇਬਸ ਦਾ। ਦੂਸਰਾ ਤੁਸੀਂ ਆ ਬੁੱਕ ਲਿਸਟ ਫੋਲੋ ਕਰ ਲੈਣੀ ਆ। ਤੀਸਰੀ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਆ ਜਿਹੜੀ ਸਟ੍ਰੈਟਜੀ ਦੇ ਪੁਆਇੰਟ ਦੱਸੇ ਨੇ, ਜਿਹੜੇ ਬੱਚਿਆਂ ਨੂੰ ਇਸ਼ੂ ਆ ਉਹ ਦੁਬਾਰਾ ਵੀਡੀਓ ਦੁਬਾਰਾ ਪਿੱਛੇ ਕਰਕੇ ਥੋੜੀ ਵੀਡੀਓ ਦੁਬਾਰਾ ਦੇਖ ਲੈਣ ਜਾਂ 2-3 ਵਾਰ ਇਸ ਵੀਡੀਓ ਨੂੰ ਦੇਖ ਲੈਣ ਤਾਂ ਕਿ ਸਟ੍ਰੈਟਜੀ ਪ੍ਰਪੇਅਰ ਹੋ ਜੇ। ਇਹ ਜਿਹੜੇ 6 ਤੋਂ 7 ਪੁਆਇੰਟ ਮੈਂ ਤੁਹਾਨੂੰ ਦੱਸੇ ਨੇ, ਇਹਨਾਂ ਤੇ ਵਰਕ ਤੁਹਾਨੂੰ ਕਰਨਾ ਪੈਣਾ ਵਰਕ, ਠੀਕ ਹੈ। ਤੇ ਕੁਆਲਿਟੀ ਦੇਖੋ, ਜਿੰਨਾ ਤੁਸੀਂ ਸੇਫ ਮਾਰਜਨ ਲੈ ਕੇ ਚੱਲੋਗੇ ਨਾ, ਜਿੰਨਾ ਤੁਸੀਂ ਵਧੀਆ ਤਰੀਕੇ ਨਾਲ ਵਰਕ ਕਰਕੇ ਚੱਲੋਗੇ, ਉਨਾ ਹੀ ਮਾਰਕਸ ਵੀ ਇੰਪਰੂਵਮੈਂਟ ਹੋਗੀ, ਉਨੇ ਹੀ ਮਾਰਕਸ ਤੁਹਾਡੇ ਇੰਪਰੂਵ ਕਰਨਗੇ। ਜੇ ਤੁਸੀਂ ਸਿਰਫ ਔਰ ਸਿਰਫ ਇਹ ਸੋਚ ਕੇ ਚੱਲੋਗੇ ਕਿ ਨਹੀਂ ਯਾਰ ਮੈਂ ਸਿਰਫ ਕੰਪਲੀਟ ਕਰ ਲਾਂ, ਕਵਰ ਕਰ ਲਾਂ, ਭਾਵੇਂ ਉਹ ਕਿੱਥੋਂ ਵੀ ਕਵਰ ਹੋ ਜੇ, ਫਿਰ ਤੁਸੀਂ ਮਾਰਕਸ ਨਹੀਂ ਲੈ ਪਾਓਗੇ। ਮੈਨੂੰ ਇੱਕ ਗੱਲ ਦੱਸੋ, UPSC 'ਚ ਜੇ ਤੁਹਾਡੀ ਪੋਸੀਬਿਲਿਟੀ ਇਹ ਆ ਵੀ ਤੁਸੀਂ 330 ਤੱਕ ਜਾ ਸਕਦੇ ਹੋ, 340 ਤੱਕ ਜਾ ਸਕਦੇ ਹੋ, ਕਿਉਂ ਨਹੀਂ ਜਾਣਾ ਚਾਹੁੰਦੇ? ਉਸ ਚੀਜ਼ ਨੂੰ ਕਰੋਗੇ ਤਾਂ GS ਦੇ ਵਿੱਚ ਜੇ ਘੱਟ ਵੀ ਨੰਬਰ ਆਣਗੇ ਤਾਂ ਤੁਹਾਡਾ ਉਹ ਹੋ ਜਾਏਗਾ ਨਾ, ਭਰਪੂਰ ਹੋ ਜਾਏਗਾ, ਉੱਥੋਂ ਤੁਹਾਡੀ ਉਹ ਜਿਹੜੀ ਭਰਪਾਈ ਆ ਉੱਥੋਂ ਹੋ ਜਾਣੀ ਆ। ਤੇ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰੀ ਕਰਨੀ ਆ, ਕੰਪੀਟੀਸ਼ਨ ਫੈਕਟਰ ਨੂੰ ਰੱਖ ਕੇ ਧਿਆਨ 'ਚ ਤਿਆਰੀ ਕਰਨੀ ਆ। ਬੁੱਕ ਲਿਸਟ ਜਿਹੜੀ ਦੱਸੀ ਆ ਉਹਨੂੰ ਫੋਲੋ ਕਰ ਲੈਣਾ, ਸਟ੍ਰੈਟਜੀ ਦੇ ਜਿਹੜੇ ਪੁਆਇੰਟ ਦੱਸੇ ਨੇ ਉਹ ਫੋਲੋ ਕਰ ਲੈਣਾ। ਉਸ ਤੋਂ ਇਲਾਵਾ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੋਵੇ, ਉਹ ਕਮੈਂਟ ਦੇ ਥਰੂ ਤੁਸੀਂ ਪੁੱਛ ਲੈਣਾ ਜਾਂ WhatsApp ਵੀ ਕਰ ਸਕਦੇ ਹੋ ਤੁਸੀਂ, ਕੋਈ ਇਸ਼ੂ ਨਹੀਂ ਹੈਗਾ। ਸਾਡਾ ਰਿਲੇਸ਼ਨ ਸਿਰਫ ਉਹ ਵਾਲਾ ਨਹੀਂ ਹੈਗਾ ਵੀ ਪੇਡ ਬੱਚੇ ਹੀ ਨੇ, ਤੁਸੀਂ ਵੀ ਆਪਣੇ ਕੁਐਸਚਨ ਪੁੱਛ ਸਕਦੇ ਹੋ, ਮੈਂ ਰਿਪਲਾਈ ਕਰ ਦਾਂਗਾ, ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ। ਜਿਹੜੇ ਬੱਚੇ ਕੋਰਸ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਨੇ ਜਲਦੀ ਤੋਂ ਕੰਟੈਕਟ ਕਰ ਲੈਣ, ਕਿਉਂਕਿ ਕਲਾਸ ਮੈਂ ਚਾਹੁੰਦਾ ਸ਼ੁਰੂ 'ਚੋਂ ਹੀ ਤੁਸੀਂ ਪਾਰਟਿਸਿਪੇਟ ਕਰ ਲਓ, ਜ਼ਿਆਦਾ ਵਧੀਆ, ਠੀਕ ਹੈ। ਮੈਨੂੰ ਲੱਗਦਾ ਵੀ ਇਹ ਜਿਹੜੀਆਂ 2 ਵੀਡੀਓ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣਗੀਆਂ। ਮੇਰੇ ਵੱਲੋਂ ਤਾਂ ਇਹੀ ਕੋਸ਼ਿਸ਼ ਆ ਵੀ ਮੈਂ ਤੁਹਾਡੇ ਲਈ ਜੋ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਅਵੇਲੇਬਲ ਕਰਾ ਸਕਾਂ, ਠੀਕ ਹੈ। ਜਿਹੜੇ ਬੱਚੇ GS ਦਾ ਕੰਟੈਂਟ ਦੇਖ ਰਹੇ ਨੇ ਉਹ ਦੇਖਦੇ ਰਹਿਣ, IR ਦਾ ਕਰੰਟ ਅਫੇਅਰ ਵਗੈਰਾ ਆ ਰਿਹਾ, ਤੁਹਾਨੂੰ ਹੈਲਪ ਕਰੇਗਾ ਮੇਨਸ ਦੇ ਵਿੱਚ ਬਹੁਤ ਜ਼ਿਆਦਾ। ਇੱਕ ਮੈਂ ਪੇਪਰ ਇਵੈਲੂਏਸ਼ਨ ਦੀ ਸੀਰੀਜ਼ ਪਾਈ ਸੀ, ਉਹ ਵੀ ਜਿਨ੍ਹਾਂ ਬੱਚਿਆਂ ਨੇ ਨਹੀਂ ਦੇਖਿਆ ਨਾ, 2022 ਦਾ ਜਿਹੜਾ 2022 ਦਾ ਮੇਨਸ ਇਵੈਲੂਏਸ਼ਨ ਆ, ਕੰਪਲੀਟ ਪੇਪਰ ਮੈਂ ਡਿਸਕਸ ਕੀਤੇ ਨੇ, ਉਹ ਸਾਰੇ ਤੁਸੀਂ ਵੀਡੀਓਜ਼ ਦੇਖ ਲਓ, ਤੁਹਾਨੂੰ 2023 ਦੇ ਮੇਨਸ ਦੇ ਵਿੱਚੋਂ ਹੈਲਪ ਹੋਏਗੀ, ਠੀਕ ਹੈ। ਕੋਸ਼ਿਸ਼ ਮੇਰੀ ਇਹ ਆ ਵੀ 2022 ਦਾ ਪੰਜਾਬੀ ਲਿਟਰੇਚਰ ਦਾ ਪੇਪਰ ਆਇਆ ਉਹ ਵੀ ਅਸੀਂ ਡਿਸਕਸ ਕਰ ਲਈਏ, ਕੋਸ਼ਿਸ਼ ਆ, ਬਟ ਮੈਂ ਦੇਖਦਾ ਕਦੋਂ ਤੱਕ ਟਾਈਮ ਮਿਲ ਪਾਉਂਦਾ, ਕਿਉਂਕਿ ਕਾਫੀ ਬਿਜ਼ੀ ਸ਼ਡਿਊਲ ਆ। ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ 2022 ਦਾ ਵੀ ਪੇਪਰ ਅਸੀਂ ਕਿਸੇ ਦਿਨ YouTube ਤੇ ਹੀ ਡਿਸਕਸ ਕਰ ਲਾਂਗੇ, ਠੀਕ ਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆ ਵੀਡੀਓਜ਼ ਦੇਖੀਆਂ ਤੇ ਕੋਸ਼ਿਸ਼ ਕਰੋ ਡਿਲਾਈਟ ਆਈਸ ਨਾਲ ਜੁੜੇ ਰਹੋ। ਜਿਹੜੇ ਬੱਚੇ ਕੋਰਸ 'ਚ ਇਨਵੋਲਵ ਹੋਣਾ ਚਾਹਣ ਉਹ ਕੰਟੈਕਟ ਕਰ ਲੈਣ, ਠੀਕ ਹੈ। ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾ ਤੇ ਬਹੁਤ ਬਹੁਤ ਧੰਨਵਾਦ।